आत्म रस जह जानही सो है खालस देव। प्रभ मैं मोह मैं तास मैं रंचक नाहिन भेव। ਉਹ ਸਿੱਖ ਵਿੱਚ, ਮੇਰੇ ਵਿੱਚ ਤੇ ਅਕਾਲ ਪੁਰਖ ਵਿੱਚ, ਤਿੰਨਾਂ ਵਿੱਚ ਕੋਈ ਭੇਦ ਨਹੀਂ ਹੈ। ਮਹਾਰਾਜ ਕਹਿੰਦੇ ਹੋਵੇ ਖਾਲਸਾ ਕੋਈ, ਇਉਂ ਸਤਿਗੁਰੂ ਜੀ ਨੇ ਆਖਿਆ। ਸੋ ਆਓ ਸਾਵਣ ਦੇ ਮਹੀਨੇ ਜੋ ਮਹਾਰਾਜ ਨੇ ਸੱਚੇ ਪਾਤਸ਼ਾਹ ਸਾਹਿਬ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਜੋ ਬਚਨ ਕੀਤੇ ਹੈ, ਸੱਚੇ ਪਾਤਸ਼ਾਹ ਜੀ ਨੇ ਸਰਵਣ ਕਰੀਏ। ਸਤਿਗੁਰੂ ਜੀ ਸਾਵਣ ਦੇ ਮਹੀਨੇ ਸਾਨੂੰ ਕੀ ਸਮਝਾਉਂਦੇ ਨੇ, ਕੀ ਉਪਦੇਸ਼ ਬਖਸ਼ ਕਰਦੇ ਨੇ। ਪਿਆਰ ਸਤਿਕਾਰ ਦੇ ਸਹਿਤ ਬੈਠ ਕੇ ਸਰਵਣ ਕਰੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸਾਵਣ ਸਰਸੀ ਕਾਮਣੀ ਚਰਨ ਕਮਲ ਸਿਓ ਪਿਆਰ। ਮਨ ਤਨ ਰਤਾ ਸਚ ਰੰਗ ਇੱਕੋ ਨਾਮ ਆਧਾਰ। ਸਾਵਣ ਸਰਸੀ ਕਾਮਣੀ। ਸਾਧ ਸੰਗਤ ਜੀ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਵਣ ਦੇ ਮਹੀਨੇ ਫਿਰ ਉਪਦੇਸ਼ ਬਖਸ਼ ਕਰਦੇ ਹੈ। ਸਾਧ ਸੰਗਤ ਜਿਹੜਾ ਹਾੜ ਦਾ ਮਹੀਨਾ ਲੰਘ ਕੇ ਗਿਆ, ਬਹੁਤੀ ਗਰਮੀ ਪੈਣੇ ਹੋਣੇ ਕਰਕੇ ਜਿਹੜੇ ਜੀਵ ਜੰਤੂ ਹੈ, ਬਨਸਪਤੀ ਹੈ, ਇਹ ਸੁੱਕ ਜਾਂਦੀ ਹੈ, ਕੁਰਲਾ ਉੱਠਦੀ ਹੈ ਬਹੁਤੀ ਗਰਮੀ ਦੇ ਕਰਕੇ। ਖੂਹਾਂ ਵਿੱਚੋਂ ਪਾਣੀ ਸੁੱਕ ਜਾਂਦੇ ਹੈ। ਉਸ ਵੇਲੇ ਫਿਰ ਸਾਧ ਸੰਗਤ ਜੀ ਦੁਨੀਆ, ਇਹ ਲੋਕ, ਇਹ ਸੰਸਾਰ ਦੇ ਜੀਵ ਪਰਮੇਸ਼ਰ ਨੂੰ ਕਹਿੰਦੇ ਹੈ ਕਿ ਮਹਾਰਾਜ ਜੀ ਕਿਰਪਾ ਕਰੋ, ਵਰਖਾ ਪਾਉਣੀ ਕਰੋ। ਸਾਧ ਸੰਗਤ ਜੀ ਜਦੋਂ ਫਿਰ ਵਰਖਾ ਪੈਂਦੀ ਹੈ, ਉਸ ਵੇਲੇ ਜਿਹੜੇ ਜੀਵ ਜੰਤ ਨੇ, ਸਾਧ ਸੰਗਤ ਜੀ ਪਸ਼ੂ ਹੈ, ਅਤੇ ਖੂਹਾਂ ਵਿੱਚੋਂ ਪਾਣੀ ਜਿਹੜਾ ਸੁੱਕ ਗਿਆ ਸੀ ਨਾ, ਫਿਰ ਦੁਬਾਰਾ ਉਹ ਪ੍ਰਗਟ ਹੋ ਜਾਂਦਾ। ਸਭ ਪਾਸੇ ਹਰਿਆਵਲੀ ਹਰਿਆਵਲ ਹੋ ਜਾਂਦੀ ਏ। ਜਿਵੇਂ ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਹੈ, ਮਹਾਰਾਜ ਭਾਈ ਸਾਹਿਬ ਕਹਿੰਦੇ ਨੇ, ਮੋਰ ਬਬੀਹੇ ਬੋਲਦੇ ਵੇਖ ਬੱਦਲ ਕਾਲੇ। ਮੋਰਾਂ ਨੂੰ ਸਾਧ ਸੰਗਤ ਜੀ ਖੁਸ਼ੀਆਂ ਚੜ੍ਹ ਜਾਂਦੀਆਂ ਨੇ, ਪਹਿਲਾਂ ਪਾਉਂਦੇ ਫਿਰਦੇ ਹੈ। ਇੱਕ ਬੜਾ ਸਾਧ ਸੰਗਤ ਜੀ ਸੁਹਾਵਣਾ ਜਿਹੜਾ ਮਾਹੌਲ ਹੈ ਬਣ ਜਾਂਦਾ ਹੈ। ਵੇਖ ਬੱਦਲ ਕਾਲੇ, ਮੋਰ ਬਬੀਹੇ ਬੋਲਦੇ, ਪਪੀਏ ਬੋਲਦੇ ਹੈ। ਸਾਧ ਸੰਗਤ ਜੀ ਮੋਰ ਬੋਲਦੇ ਨੇ, ਕੂਕਦੇ ਨੇ, ਬੱਦਲਾਂ ਨੂੰ, ਕਾਲੇ ਬੱਦਲਾਂ ਨੂੰ ਵੇਖ ਕੇ ਖੁਸ਼ੀਆਂ ਚੜ੍ਹ ਜਾਂਦੀਆਂ ਨੇ। ਸੋ ਸੱਚੇ ਪਾਤਸ਼ਾਹ ਮਹਾਰਾਜ ਦੱਸਦੇ ਹੈ, ਮਨੁੱਖਾ ਜਨਮ ਰੂਪੀ ਸਾਵਣ ਦਾ ਮਹੀਨਾ ਆਇਆ ਹੋਇਆ ਹੈ। ਮਹਾਰਾਜ ਕਹਿੰਦੇ ਅਤੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਰੂਪੀ ਬੱਦਲ ਚੜ੍ਹੇ ਹੋਏ ਨੇ ਸਾਧ ਸੰਗਤ ਜੀ। ਅਤੇ ਇਹਦੇ ਵਿੱਚੋਂ ਵਰਖਾ ਹੋਣੀ ਹੈ ਅੰਮ੍ਰਿਤ ਨਾਮ ਦੀ। ਜਿਸ ਵੇਲੇ ਅੰਮ੍ਰਿਤ ਨਾਮ ਦੀ ਵਰਖਾ ਹੋਵੇਗੀ ਨਾ, ਜਿਹੜੇ ਜੀਵਾਂ ਦਾ ਮਨ ਸੁੱਕਿਆ ਹੋਇਆ, ਸਾਧ ਸੰਗਤ ਜੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ ਵਿੱਚ, ਈਰਖਾ ਨਿੰਦਿਆ ਚੁਗਲੀ ਦੇ ਵਿੱਚ, ਅਵਿਦਿਆ ਦੇ ਵਿੱਚ, ਅਗਿਆਨਤਾ ਦੇ ਵਿੱਚ, ਫਿਰ ਸਾਧ ਸੰਗਤ ਜਦੋਂ ਨਾਮ ਰੂਪੀ ਵਰਖਾ ਪੈਂਦੀ ਹੈ, ਫਿਰ ਸਾਧ ਸੰਗਤ ਜੀ ਹਰੀ ਭਰੀ ਹੋ ਜਾਂਦੀ। ਇਹ ਵੀ ਇੱਕ ਖੇਤੀ ਹੈ। ਜਿਵੇਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਪਿਤਾ ਜੀ ਨੇ ਆਖਿਆ ਸੀ ਨਾ, ਸਤਿਕਾਰਯੋਗ ਪਿਤਾ ਮਹਾਰਾਜ ਬਾਬਾ ਮਹਿਤਾ ਕਾਲੂ ਸਾਹਿਬ ਜੀ ਕਹਿੰਦੇ, ਪੁੱਤਰ ਖੇਤੀ ਕਰ ਲਿਆ ਕਰੋ। ਕਹਿੰਦੇ ਮੈਂ ਜੀ ਕਰਦਾ ਹਾਂ। ਅਤੇ ਮਹਾਰਾਜ ਨੂੰ ਕਹਿਣ ਲੱਗੇ ਜੀ ਖੇਤੀ ਤਾਂ ਅਸੀਂ ਕਰਦੇ ਹਾਂ। ਅਤੇ ਸਤਿਗੁਰੂ ਮਹਾਰਾਜ ਦੇ ਸਤਿਕਾਰਯੋਗ ਪਿਤਾ ਜੀ ਕਹਿਣ ਲੱਗੇ ਜੀ ਕਿਹੜੀ ਖੇਤੀ ਕਰਦੇ ਹੋ? ਆ ਘਰ ਕਿੰਨੀ ਜ਼ਮੀਨ ਹੈ ਆਪਣੇ, ਮੈਨੂੰ ਤਾਂ ਦਿਸਦਾ ਤੂੰ ਖੇਤੀ ਕਰਦਾ ਆ। ਜਿਹੜੇ ਸੀਰੀ ਰੱਖੇ ਹੈ, ਕਾਮੇ ਰੱਖੇ, ਉਹੀ ਖੇਤੀ ਕਰ, ਤੂੰ ਤੇ ਖੇਤ ਵਿੱਚ ਗਿਆ ਨਹੀਂ। ਸਤਿਗੁਰੂ ਨਾਨਕ ਦੇ ਮਹਾਰਾਜ ਆਪਣੇ ਬਾਪੂ ਨੂੰ, ਪਿਤਾ ਨੂੰ ਕਹਿੰਦੇ, ਪਿਤਾ ਜੀ ਸੁਣੋ ਮੈਂ ਫਿਰ ਕਿਹੜੀ ਖੇਤੀ ਕਰਦਾ। ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਨ ਖੇਤ। ਇਹ ਅੰਦਰ ਜੀ ਖੇਤੀ ਹੈ। ਸਾਧ ਸੰਗਤ ਜੀ ਜਿਵੇਂ ਬਾਹਰ ਖੇਤੀ ਕਰਦੇ ਆ ਨਾ, ਵੇਖੋ ਹਲ ਵਾਹੀਦਾ ਹੈ ਸਾਧ ਸੰਗਤ ਜੀ। ਹੁਣ ਜਿਵੇਂ ਝੋਨਾ ਲਾਇਆ ਆ, ਫਿਰ ਪਾਣੀ ਛੱਡਦੇ ਆ, ਫਿਰ ਕੱਦੂ ਕੀਤਾ ਆ, ਤਹਿ ਵੱਜ ਜਾਂਦੀ ਹੈ ਸਾਧ ਸੰਗਤ ਜ਼ਮੀਨ ਦੀ। ਅਤੇ ਵੇਖੋ ਫਿਰ ਝੋਨਾ, ਫਿਰ ਬੀਜ ਪਾਇਆ ਨਾ ਉਹਦੇ ਵਿੱਚ। ਮਹਾਰਾਜ ਕਹਿੰਦੇ, ਪਿਤਾ ਜੀ ਮੈਂ ਵੀ ਖੇਤੀ ਕਰਦਾ। ਕਹਿੰਦੇ ਕਿਹੜੀ? ਮਨ ਹਾਲੀ ਕਿਰਸਾਣੀ ਕਰਨੀ, ਸ਼ਰਮ ਪਾਣੀ ਤਾਨ ਖੇਤ। ਸਤਿਗੁਰੂ ਕਹਿੰਦੇ ਨਾਮ ਬੀਜ ਸੰਤੋਖ ਸੁਹਾਗਾ, ਰੱਖ ਗਰੀਬੀ ਵੇਸ। ਭਾਉ ਕਰਮ ਕਰ ਜਮ ਸੀਸੇ, ਘਰ ਭਾਗਠ ਦੇਖ। ਬਾਬੂ ਜੀ, ਪਿਤਾ ਜੀ ਜਿਨ੍ਹਾਂ ਨੇ ਇਹ ਖੇਤੀ ਕੀਤੀ ਨਾ, ਮੈਂ ਘਰ ਭਾਗਠ ਦੇਖ। ਭਾਗਠ ਨਾਮ ਹੈ ਅਮੀਰ ਦਾ। ਮੈਂ ਅਮੀਰ ਵੇਖੇ ਆ ਉਹ ਜਿਨ੍ਹਾਂ ਨੇ ਨਾਮ ਦੀ ਖੇਤੀ ਕੀਤੀ ਹੈ।
ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਫਿਰ ਜਿਹੜੀ ਖੇਤੀ ਹੈ ਨਾ ਅੰਦਰ ਦੀ, ਉਹ ਫਿਰ ਪ੍ਰਫੁੱਲਤ ਹੋ ਜਾਂਦੀ ਹੈ ਜਦੋਂ ਨਾਮ ਰੂਪੀ ਵਰਖਾ ਪੈਂਦੀ ਹੈ। ਸਾਧ ਸੰਗਤ ਜੀ ਸਤਿਗੁਰੂ ਜੀ ਦੇ ਉਪਦੇਸ਼ ਰੂਪੀ ਬੱਦਲ ਤਾਂ ਚੜ੍ਹੇ ਹੀ ਹੋਏ ਨੇ। ਇਹ ਬਾਣੀ ਬਦਲਦੀ ਨਹੀਂ ਆਈ ਹੈ, ਇਹ ਸਦਾ ਹੀ ਚੜ੍ਹੇ ਰਹਿੰਦੇ ਹੈ। ਸਾਧ ਸੰਗਤ ਜੀ ਜਿਹੜਾ ਅਸਮਾਨ ਹੈ ਉਹਦੇ ਵਿੱਚ ਤਾਂ ਕਿਤੇ ਕਿਤੇ ਬੱਦਲ ਆਉਂਦੇ ਹੈ, ਕਿਤੇ ਕਿਤੇ ਮੀਂਹ ਪੈਂਦਾ ਹੈ ਨਾ। ਜਿਹੜਾ ਸਤਿਗੁਰੂ ਜੀ ਦਾ ਉਪਦੇਸ਼ ਰੂਪੀ ਬੱਦਲ ਹੈ ਇਹ ਤੇ ਸਦਾ ਹੀ ਚੜ੍ਹਿਆ ਰਹਿੰਦਾ ਭਾਈ। ਅੰਮ੍ਰਿਤ ਵੇਲੇ ਉੱਠ ਕੇ 4 ਵਜੇ ਆ ਜਾ ਗੁਰੂ ਘਰ, ਸਤਿਗੁਰੂ ਜੀ ਦੀ ਬਾਣੀ ਸੁਣ, ਚੜ੍ਹਿਆ ਹੋਇਆ ਬੱਦਲ। ਸਾਧ ਸੰਗਤ ਜੀ ਕਥਾ ਸੁਣ, ਆ ਹੁਣ ਸਤਿਗੁਰੂ ਦੇ ਉਪਦੇਸ਼ ਰੂਪੀ ਬੱਦਲ ਵਰਸ ਰਹੇ ਨੇ ਭਾਈ, ਵਰਸ ਰਹੇ ਨੇ ਕਥਾ ਦੇ ਵਿੱਚ ਬੱਦਲ। ਤੇ ਪਾਣੀ ਕਿਹੜਾ ਡਿੱਗਦਾ? ਨਾਮ ਦਾ। ਕਿੱਥੇ ਜਾ ਕੇ ਡਿੱਗੇਗਾ? ਮਨ ਤੇ, ਮਨ ਤੇ ਜਾ ਕੇ ਡਿੱਗੇਗਾ ਇਹ ਨਾਮ ਰੂਪੀ ਪਾਣੀ। ਫਿਰ ਗੁਰਬਾਣੀ ਕਹਿੰਦੀ ਏ ਮਨ ਸੁੱਕਾ ਹਰਿਆ ਹੋਇਆ ਮੇਰੀ ਜਿੰਦੜੀਏ, ਹਰ ਹਰ ਨਾਮ ਧਿਆਵੇ ਰਾਮ। ਮਨ ਜਿਹੜਾ ਸੁੱਕਿਆ ਹੋਇਆ ਸੀ ਨਾ ਵਿਕਾਰਾਂ ਦੇ ਵਿੱਚ, ਸੱਚੇ ਪਾਤਸ਼ਾਹ ਜੀ ਕਹਿੰਦੇ ਹਰਿਆ ਭਰਿਆ ਹੋ ਗਿਆ। ਇਉਂ ਫਿਰ ਸਤਿਗੁਰੂ ਮਹਾਰਾਜ ਜੀ ਦੱਸਦੇ ਹਨ, ਸਾਵਣ ਸਰਸੀ ਕਾਮੜੀ। ਮਹਾਰਾਜ ਕਹਿੰਦੇ ਜਦੋਂ ਸਾਵਣ ਦਾ ਮਹੀਨਾ ਆਉਂਦਾ 4 ਜਣਿਆਂ ਨੂੰ ਖੁਸ਼ੀਆਂ ਹੁੰਦੀਆਂ ਨੇ। ਕਿਹੜੀਆਂ ਕਿਹੜੀਆਂ ਖੁਸ਼ੀਆਂ ਚੜ੍ਹਦੀਆਂ ਨੇ ਚਾਰਾਂ ਨੂੰ? ਮਹਾਰਾਜ ਕਹਿੰਦੇ ਨਾਨਕ ਸਾਵਣ ਜੇ ਵਸੈ ਚੌ ਉਮਾਹਾ ਹੋਏ। 4 ਜਣਿਆਂ ਨੂੰ ਉਤਸ਼ਾਹ ਹੁੰਦਾ। ਕਿਹਨਾਂ ਨੂੰ? ਨਰਗਾ ਮਿਰਗਾ, ਨਾਗਾ ਮਿਰਗਾ ਮੱਛੀਆਂ ਰਸੀਆਂ ਕਰ ਧਾਨ ਹੋਏ। 4 ਜਣਿਆਂ ਨੂੰ ਖੁਸ਼ੀਆਂ ਚੜ੍ਹਨਗੀਆਂ ਜਦੋਂ ਸਾਵਣ ਦਾ ਮਹੀਨਾ ਆਉਂਦਾ ਹੈ, ਤੇ 4 ਨੂੰ ਹੀ ਨੁਕਸਾਨ ਹੈ। ਉਹਦੇ ਬਾਰੇ ਵੀ ਗੁਰੂ ਗ੍ਰੰਥ ਸਾਹਿਬ ਦੱਸਦੇ ਨੇ, ਧਿਆਨ ਦੇ ਕੇ ਸਰਵਣ ਕਰਨੇ ਬਚਨ ਸਾਰੇ। ਮਹਾਰਾਜ ਕਹਿੰਦੇ 4 ਨੂੰ ਫਾਇਦਾ ਹੁੰਦਾ, ਨਾਗ ਸੱਪਾਂ ਨੂੰ, ਮਿਰਗਾਂ ਨੂੰ, ਮਿਰਗ ਹਿਰਨ ਨੂੰ ਖੁਸ਼ੀ ਚੜ੍ਹਦੀ ਹੈ, ਮੱਛੀਆਂ ਨੂੰ ਔਰ ਰਸੀਆਂ ਨੂੰ। ਸਾਧ ਸੰਗਤ ਜਿਹੜੇ ਰਸ ਮਾਣਨ ਵਾਲੇ ਨੇ, ਵਿਸ਼ੇ ਦਾ ਰਸ ਲੈਣ ਵਾਲੇ ਨੇ। ਮੀਂਹ ਪੈ ਗਿਆ, ਕਹਿੰਦੇ ਜੀ ਮੌਸਮ ਜਿਹਾ ਬਣ ਗਿਆ ਮੀਂਹ ਦਾ, ਮੰਗਾ ਲਓ। ਫਿਰ ਕਹਿਣ ਦੀ ਲੋੜ ਨਹੀਂ ਪੈਂਦੀ ਵੀ ਲੈ ਆਓ ਜੀ ਲੈ ਆਓ। ਕੋਈ ਸਾਧ ਸੰਗਤ ਜੀ ਸ਼ਰਾਬੀ ਬੰਦਾ ਸੀ, ਉਹਨੇ ਸਮਾਨ, ਉਹ ਕਹਿੰਦਾ ਵੀ ਤੂੰ ਬਾਜ਼ਾਰ ਜਾਣਾ ਆ ਸਮਾਨ ਲੈ ਆਈ। ਸਮਾਨ ਪਰਚੀ 'ਤੇ ਲਿਖ ਦਿੱਤਾ, ਖੰਡ ਇੰਨੀ ਲਿਆਈ, ਮੈਦਾ ਇੰਨਾ ਲਿਆਈ, ਆਟਾ ਇੰਨਾ ਲਿਆਈ, ਸਭ ਕੁਝ ਲੈ ਆਈ ਤੂੰ। ਤੇ ਲਿਖਣ ਤੋਂ ਬਾਅਦ ਜਦੋਂ ਪਰਚੀ ਫੜਾਉਣ ਲੱਗਿਆ ਨਾ, ਤੇ ਨਾਲ ਹੀ ਨਾਲ ਸਮਝਾਤਾ ਲੈ ਆਈ ਬਸ। ਹੁਣ ਉਹ ਵੀ ਸ਼ਰਾਬੀ ਸੀ, ਅੱਗੋਂ ਪੀਣ ਵਾਲਾ, ਉਹਨੂੰ ਵੀ ਪਤਾ ਸੀ ਵੀ ਕੀ ਮੰਗਦਾ ਹੈ, ਲੈ ਆਈ ਬਸ। ਕੋਡ ਵਰਡ ਨੇ ਸਾਧ ਸੰਗਤ ਜੀ। ਸੋ ਗੁਰੂ ਸਾਹਿਬ ਕਹਿੰਦੇ ਨੇ ਕਿ ਜਿਹੜੇ ਰਸੀਆਂ ਨੇ, ਵਿਸ਼ੇ ਦੇ ਰਸ ਭੋਗਣ ਵਾਲੇ ਨੇ, ਉਹਨਾਂ ਨੂੰ ਵੀ ਖੁਸ਼ੀਆਂ ਚੜ੍ਹਦੀਆਂ ਨੇ ਕਿ ਖਾਵਾਂਗੇ, ਰਸ ਮਾਣਾਂਗੇ, ਮੀਟ ਖਾਵਾਂਗੇ, ਮਾਸ ਖਾਵਾਂਗੇ, ਸ਼ਰਾਬ ਪੀਵਾਂਗੇ। ਔਰ 4 ਨੂੰ ਹੀ ਨੁਕਸਾਨ ਹੈ। ਗੁਰਬਾਣੀ ਕਹਿੰਦੀ ਕਿਹਨਾਂ ਨੂੰ? ਨਾਨਕ ਸਾਵਣ ਜੇ ਵਸੈ ਚੌਹੋਂ ਵਿਛੋੜਾ ਹੋਏ, ਗਾਈ ਪੁੱਤਾ ਨਿਰਧਨਾ ਪੰਥੀ ਚਾਕਰ ਹੋਏ। 4 ਜਣਿਆਂ ਨੂੰ ਨੁਕਸਾਨ ਹੈ ਤੇ 4 ਜਣਿਆਂ ਨੂੰ ਖੁਸ਼ੀਆਂ ਨੇ। ਹੁਣ ਸਭ ਨੂੰ ਖੁਸ਼ੀ ਹੈ ਕਿ ਧਰਤੀ ਵਿੱਚੋਂ ਖੁੱਡ ਛੱਡ ਕੇ ਬਾਹਰ ਆਵਾਂਗੇ, ਕਿਉਂਕਿ ਗਰਮੀ ਬੜੀ ਸੀ, ਹੜ੍ਹ ਦੇ ਮਹੀਨੇ ਨੇ ਤਪਾ ਦਿੱਤਾ। ਹਿਰਨ ਨੂੰ ਖੁਸ਼ੀ ਚੜ੍ਹਦੀ ਹੈ ਕਿ ਤਲਾਬਾਂ ਵਿੱਚ ਪਾਣੀ ਭਰ ਜਾਵੇਗਾ, ਨਹਾਵਾਂਗੇ ਜਾ ਕੇ। ਕਿਉਂਕਿ ਸਤਿਗੁਰੂ ਜੀ ਨੇ ਆਖਿਆ ਨਾ, ਅਸਾੜ ਤਪੰਦਾ ਤਿਸਲਕ ਹੈ। ਐਸਾ ਹਾੜ ਦਾ ਮਹੀਨਾ ਤਪਾਉਂਦਾ, ਪਾਣੀ ਸੁੱਕ ਜਾਂਦਾ ਖੂਹਾਂ ਵਿੱਚੋਂ ਵੀ, ਤੇ ਤਲਾਬਾਂ ਵਿੱਚ ਪਾਣੀ ਭਰ ਜਾਵੇਗਾ, ਵਰਖਾ ਹੋਵੇਗੀ, ਤੇ ਹਿਰਨ ਹੋਣੀ ਕਹਿੰਦੇ ਜਾ ਕੇ ਆਨੰਦ ਮਾਣਾਂਗੇ ਪਾਣੀ 'ਚ। ਤੇ ਮੱਛੀਆਂ, ਗੁਰਬਾਣੀ ਕਹਿੰਦੀ ਨਾਗਾ ਮਿਰਗਾ ਮੱਛੀਆਂ, ਤੇ ਮੱਛੀਆਂ ਨੂੰ ਖੁਸ਼ੀ ਹੁੰਦੀ ਹੈ ਕਿ ਸਰੋਵਰ ਵਿੱਚੋਂ, ਨਦੀ ਵਿੱਚੋਂ ਪਾਣੀ ਹੁਣ ਬਹੁਤ ਹੋਵੇਗਾ, ਆਨੰਦ ਮਾਣਾਂਗੇ। ਆਨੰਦ, ਕਿਉਂਕਿ ਜੀਵਨ ਨਹੀਂ ਨਾ, ਜਿਉਂ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੇ। ਔਰ ਚੌਥੇ ਨੇ ਰਸੀਆ ਲੋਕ। ਮੈਂ ਦੱਸ ਚੁੱਕਿਆ ਕਿ ਵਿਸ਼ੇ ਵਿਕਾਰਾਂ ਦੇ ਰਸ ਭੋਗਣ ਵਾਲੇ। ਤੋ ਮਹਾਰਾਜ ਕਹਿੰਦੇ ਇਹਨਾਂ ਨੂੰ 4 ਨੂੰ ਤੇ ਖੁਸ਼ੀਆਂ ਹੁੰਦੀਆਂ ਨੇ। ਹੁਣ 4 ਨੂੰ ਨੁਕਸਾਨ ਕੀ ਹੈ? ਧੰਨ ਗੁਰੂ ਗ੍ਰੰਥ ਸਾਹਿਬ ਪਿਤਾ ਜੀ ਕਹਿੰਦੇ ਨਾਨਕ ਸਾਵਣ ਜੇ ਵਸੈ ਚੌਹੋਂ ਵਿਛੋੜਾ ਹੋਏ,
ਗਾਈ ਪੁੱਤਾ, ਗਾਂ ਦਾ ਪੁੱਤ ਕੌਣ ਹੈ? ਬੁਲਦ। ਤੇ ਸਾਧ ਸੰਗਤ ਜੀ ਨੁਕਸਾਨ ਹੈ। ਜ਼ਿਮੀਂਦਾਰ ਨੇ ਉਹਦੀ ਜੋੜ ਲੈਣਾ ਵੀ ਮੀਂਹ ਪੈ ਗਿਆ, ਪਾਣੀ ਖੜ ਗਿਆ ਜ਼ਮੀਨ 'ਚ, ਬੁਲਦ ਜੋੜ ਲਓ। ਚਲੋ ਹੁਣ ਤੇ ਮਸ਼ੀਨੀ ਯੁੱਗ ਹੈ ਸਾਰਾ, ਪਰ ਸਤਿਗੁਰੂ ਜੀ ਗੱਲ ਕਰ ਰਹੇ ਨੇ। ਮਹਾਰਾਜ ਕਹਿੰਦੇ ਗਾਈ ਪੁੱਤਾ ਨਿਰਧਨਾ, ਜਿਹੜੇ ਧਨ ਤੋਂ ਹੀਣੇ ਲੋਕ ਨੇ, ਗਰੀਬ ਨੇ, ਨਿੱਤ ਦੀ ਕਮਾਈ ਹੈ, ਕੰਮ ਕਰਨਾ ਤੇ ਮਾਇਆ ਆਵੇਗੀ। ਮੀਂਹ ਪੈ ਗਿਆ ਤੇ ਕੰਮ ਨਹੀਂ ਕੋਈ ਮਿਲਣਾ, ਨੁਕਸਾਨ ਹੋ ਗਿਆ ਨਾ। ਮਹਾਰਾਜ ਕਹਿੰਦੇ ਚਾਰਾਂ ਨੂੰ ਨੁਕਸਾਨ ਹੈ। ਗਾਈ ਪੁੱਤਾ ਨਿਰਧਨਾ, ਗਾਂ ਦੇ ਪੁੱਤਰ ਬਲਦ ਨੂੰ ਨੁਕਸਾਨ ਹੈ। ਮੈਨੂੰ ਜੋੜ ਲੈਣਾ ਜ਼ਿਮੀਂਦਾਰ ਨੇ, ਕਿਸਾਨ ਨੇ, ਖੇਤੀ ਕਰਨ ਵਾਲੇ ਨੇ। ਤੇ ਸਾਧ ਸੰਗਤ ਜੀ ਨਿਰਧਨਾ, ਜਿਹਦੇ ਕੋਲ ਧਨ ਨਹੀਂ ਉਹਨੂੰ ਨੁਕਸਾਨ ਹੈ ਵੀ ਮੈਨੂੰ ਕੰਮ ਨਹੀਂ ਮਿਲੂਗਾ, ਮਾਇਆ ਨਹੀਂ ਘਰੇ ਆਵੇਗੀ ਤੇ ਮੈਂ ਦੱਸੋ ਕਿਵੇਂ ਖਾਵਾਂ। ਸਤਿਗੁਰੂ ਜੀ ਕਹਿੰਦੇ ਨੇ ਪੰਖੀ ਚਾਕਰ ਹੋਏ, ਜਿਹੜੇ ਪੰਥੀ ਨੇ, ਭਾਵ ਰਾਹੀ ਨੇ, ਉਹਨੂੰ ਨੁਕਸਾਨ ਹੈ ਕਿ ਮੀਂਹ ਪਵੇਗਾ, ਪਾਣੀ ਭਰ ਜਾਵੇਗਾ, ਰਸਤਿਆਂ 'ਚ ਲੰਘਣਾ ਔਖਾ ਹੋ ਜਾਵੇਗਾ। ਚਲੋ ਅੱਜ ਤੇ ਸਮਾਂ ਤੁਹਾਨੂੰ ਪਤਾ ਬਦਲ ਗਿਆ। ਉਦੋਂ ਪੱਗ ਡੰਡੀਆਂ ਹੁੰਦੀਆਂ ਸਨ, ਲੋਕ ਪੱਗ ਡੰਡੀ ਪੈ ਕੇ ਦੂਜੇ ਪਿੰਡ ਜਾਂਦੇ ਸੀ, ਸ਼ਹਿਰ ਜਾਂਦੇ ਸੀ। ਮੀਂਹ ਪੈ ਗਿਆ, ਪਾਣੀ ਭਰ ਗਿਆ, ਲੰਘਣਾ ਔਖਾ ਹੋ ਜਾਊਗਾ। ਵਿਛੜ ਜਾਵਾਂਗਾ ਮੈਂ, ਆਪਣੇ ਮੇਲ ਤੋਂ ਵਿਛੜ ਜਾਵਾਂਗਾ, ਮੇਰੀ ਮੰਜ਼ਿਲ ਹੋਰ ਦੂਰ ਰਹਿ ਜਾਵੇਗੀ। ਔਰ ਸਤਿਗੁਰੂ ਕਹਿੰਦੇ ਚੌਥਾ ਚਾਕਰ ਹੋਏ। ਚਾਕਰ ਨੌਕਰ ਨੂੰ ਕਹਿੰਦੇ ਨੇ। ਜਿਸ ਮਾਲਕ ਦਾ ਘਰ ਨੌਕਰ ਰੱਖਿਆ, ਚਾਹੇ ਮੀਂਹ ਹੋਵੇ ਚਾਹੇ ਹਨੇਰੀ ਹੋਵੇ, ਕੰਮ ਤੇ ਤਾਂ ਜਾਣਾ ਪਊਗਾ ਹੀ ਨਾ। ਨੌਕਰੀ ਜੇ ਕਰਨੀ ਹੈ, ਨੌਕਰੀ ਛੱਡਦਿਆਂ ਤੇ ਮਾਇਆ ਕਰਨੀ ਹੈ। ਸੋ ਸਤਿਗੁਰੂ ਜੀ ਕਹਿੰਦੇ ਚਾਰਾਂ ਨੂੰ ਹੀ ਨੁਕਸਾਨ ਹੈ ਤੇ ਚਾਰਾਂ ਦਾ ਹੀ ਫਾਇਦਾ ਹੈ, ਚਾਰਾਂ ਨੂੰ ਹੀ ਖੁਸ਼ੀਆਂ ਨੇ, ਮਹਾਰਾਜ ਜੀ ਕਹਿੰਦੇ। ਔਰ ਸਾਧ ਸੰਗਤ ਜੀ ਫਿਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੁਕਸਾਨ ਉਹਨਾਂ ਨੂੰ ਹੈ ਜਿਹੜੇ ਸਾਧ ਸੰਗਤ ਜੀ ਗਾਈ ਪੁੱਤਾ ਬਲਦਾਂ ਦੀ ਨਿਆਈ ਆਲਸ ਧਾਰਨ ਕਰਕੇ ਰੱਖਦੇ ਨੇ। ਜਿਹੜੇ ਲੋਕ ਇਹ ਸਾਧ ਸੰਗਤ ਜੀ ਆਲਸ ਧਾਰਨ ਕਰਕੇ ਰੱਖਦੇ ਨੇ, ਗੁਰੂ ਦੇ ਉਪਦੇਸ਼ ਰੂਪੀ ਬੱਦਲ ਵਿੱਚੋਂ ਨਾਮ ਦੀ ਵਰਖਾ ਨਹੀਂ ਲੈਂਦੇ, ਉਹਨਾਂ ਨੂੰ ਨੁਕਸਾਨ ਹੈ। ਔਰ ਸਾਧ ਸੰਗਤ ਜੀ ਨਿਰਧਨਾ, ਜਿਹੜੇ ਧਨ ਤੋਂ ਹੀਣੇ ਹੈ, ਨੁਕਸਾਨ ਹੈ ਉਹਨਾਂ ਨੂੰ। ਚਾਹੇ ਸਾਵਣ ਚੜ੍ਹਿਆ ਹੋਵੇ, ਚਾਹੇ ਮਾਘ ਚੜ੍ਹਿਆ ਹੋਵੇ, ਜਿਨ੍ਹਾਂ ਨੇ ਨਾਮ ਧਨ ਰੂਪੀ ਖਟਣਾ ਹੀ ਨਹੀਂ ਹੈ, ਇਕੱਠਾ ਹੀ ਨਹੀਂ ਕਰਨਾ, ਉਹ ਸਾਧ ਸੰਗਤ ਜੀ ਭਾਵੇਂ ਗੁਰੂ ਘਰ ਆਉਂਦੇ ਆ ਭਾਵੇਂ ਨਾ ਆਉਂਦੇ ਨੇ, ਇੱਕੋ ਜਿਹੇ ਨੇ ਉਹ ਸਾਰੇ। ਹੁਣ ਇੱਕੋ ਜਿਹੇ ਕਿਉਂ ਹੈ? ਕਈ ਇੱਥੇ ਆ ਕੇ ਵੀ ਨਾਮ ਧਨ ਇਕੱਠਾ ਨਹੀਂ ਕਰ ਸਕਦੇ। ਜਿਵੇਂ ਕਲਗੀਧਰ ਜੀ ਦੇ ਵੇਲੇ ਸਾਧ ਸੰਗਤ ਜੀ ਹੋਇਆ ਨਾ, ਜਿਹੜੇ ਹਾਜ਼ਰ ਸੀ ਉਹ ਗੈਰ ਹਾਜ਼ਰ, ਜਿਹੜੇ ਗੈਰ ਹਾਜ਼ਰ ਸੀ ਉਹ ਹਾਜ਼ਰ ਸੀ। ਰਾਸ ਪੈ ਰਹੀ ਸੀ, ਕਹਿੰਦੇ ਖੇਡ ਮੇਲਾ ਵੇਖ ਆਈਏ, ਤੇ ਰਾਤ ਦਾ ਸਮਾਂ ਸੀ, ਮਹਾਰਾਜ ਆਰਾਮ ਕਰ ਰਹੇ ਸੀ ਕਲਗੀਧਰ ਸੁਆਮੀ ਜੀ। ਸਾਧ ਸੰਗਤ ਜੀ ਨੌਕਰ ਮਹਾਰਾਜ ਦੇ ਪਹਿਰੇਦਾਰ ਖੜੇ ਨੇ, ਕਹਿੰਦੇ ਰਾਸ ਪੈ ਰਹੀ ਹੈ, ਸੱਚੇ ਪਾਤਸ਼ਾਹ ਮਹਾਰਾਜ ਤਾਂ ਆਰਾਮ ਕਰ ਰਹੇ ਹੈ, ਆਪਾਂ ਜਾ ਕੇ ਚਲੇ ਦੇਖ ਆਈਏ। ਤੇ ਵਿੱਚੋਂ ਸਿੰਘ ਕਹਿੰਦੇ ਨਾ ਬਈ, ਮਹਾਰਾਜ ਜੀ ਕਿਤੇ ਉੱਠ ਖੜੇ ਨਾ, ਝੜਕਣਗੇ ਸੱਚੇ ਪਾਤਸ਼ਾਹ, ਗੁੱਸੇ ਹੋਣਗੇ। ਉਹਦੇ ਵਿੱਚੋਂ 4 ਜਣੇ ਤੇ ਚਲੇ ਗਏ ਸਿੰਘ ਸਾਧ ਸੰਗਤ ਜੀ ਰਾਸ ਵੇਖਣ, ਖੇਡਾਂ ਵੇਖਣ। ਜਿਹੜੇ ਗਏ ਨੇ ਖੇਡਾਂ ਵੇਖਣ, ਮਨ ਮਹਾਰਾਜ ਦੇ ਚਰਨੀ ਲੱਗਿਆ ਹੋਇਆ। ਜੇ ਕਿਤੇ ਕਲਗੀਧਰ ਪਿਤਾ ਜੀ ਉੱਠ ਖੜੇ ਨਾ, ਗੁੱਸੇ ਹੋਣਗੇ, ਝੜਕਣਗੇ ਸਾਨੂੰ। ਤੇ ਜਿਹੜੇ ਮੇਰੇ ਵਰਗੇ ਉੱਥੇ ਖੜੇ ਸੀ ਪਹਿਰੇ ਤੇ, ਕਹਿੰਦੇ ਲੈ ਮਹਾਰਾਜ ਤੇ ਸੁੱਤੇ ਪਏ ਐ, ਆਪਾਂ ਵੀ ਚਲੇ ਜਾਂਦੇ। ਸੋ ਤੜਕੇ ਜਦੋਂ ਮਹਾਰਾਜ ਨੇ ਸੱਦਿਆ ਵੀ ਆ ਜਾਓ, ਵੀ ਕਿਹਦੀ ਕਿਹਦੀ ਡਿਊਟੀ ਸੀ ਪਹਿਰੇ ਤੇ, ਸਾਰੇ ਆ ਗਏ। ਮਹਾਰਾਜ ਕਹਿੰਦੇ ਰਾਤ ਕਿੱਥੇ ਸੀ? ਅੰਤਰਜਾਮੀ ਸਤਿਗੁਰੂ ਜੀ ਨੂੰ ਕਹਿਣ ਲੱਗੇ ਮਹਾਰਾਜ ਅਸੀਂ ਖੇਡ ਵੇਖਣ ਗਏ ਸੀ। ਸੱਚ ਬੋਲੇ, ਹੁਣ ਮਹਾਰਾਜ ਕੋਲ ਝੂਠ ਨਹੀਂ ਨਾ ਬੋਲ ਸਕਦੇ ਸੱਚੇ ਪਾਤਸ਼ਾਹ ਕੋਲ, ਕਿਉਂਕਿ ਗੁਰੂ ਤਾਂ ਅੰਤਰਜਾਮੀ ਹੈ। ਜਿਹੜੇ ਸਾਧ ਸੰਗਤ ਜੀ ਗਏ ਸੀ, ਕਹਿੰਦੇ ਮਹਾਰਾਜ ਅਸੀਂ ਰਾਸ ਵੇਖਣ ਗਏ ਸੀ। ਤਾਂ ਮਹਾਰਾਜ ਕਹਿੰਦੇ ਨਹੀਂ, ਤੁਸੀਂ ਮੇਰੇ ਪਾਸ ਸੀ, ਤੁਹਾਡਾ ਮਨ ਮੇਰੇ ਕੋਲ ਸੀ। ਤੇ ਜਿਹੜੇ ਸਾਧ ਸੰਗਤ ਜੀ ਪੈਰੇ ਤੇ ਖੜੇ ਸੀ ਨਾ, ਕਹਿੰਦੇ ਮਹਾਰਾਜ ਅਸੀਂ ਖੜੇ ਸੀ। ਮਹਾਰਾਜ ਕਹਿੰਦੇ ਨਹੀਂ, ਤੁਸੀਂ ਮਨ ਕਰਕੇ ਹਾਜ਼ਰ ਨਹੀਂ ਸੀ। ਸੋ ਸਾਧ ਸੰਗਤ ਜੀ
ਗੁਰਬਾਣੀ ਪੜ੍ਹਨ ਦਾ ਸੁਣਨ ਦਾ ਫਾਇਦਾ ਉਦੋਂ ਹੈ ਜਦੋਂ ਮਨ ਹਾਜ਼ਰ ਹੋਵੇ, ਜਦੋਂ ਮਨ ਹਾਜ਼ਰੀ ਭਰੇ। ਤਨ ਤੇ ਬੈਠਾ ਹੀ ਹੈ ਗੁਰੂ ਘਰ, ਮਨ ਵੀ ਹਾਜ਼ਰ ਕਰੀਏ। ਸਾਧ ਸੰਗਤ ਜੀ ਉਹ ਨਾਮ ਧਨ ਤੋਂ ਹੀਣੇ ਹੈ ਜਿਹੜੇ ਸਾਧ ਸੰਗਤ ਜੀ ਪਰਮੇਸ਼ਰ ਦਾ ਨਾਮ ਨਹੀਂ ਲੈ ਸਕਦੇ, ਨਿਰਧਨ ਪੰਥੀ। ਤੇ ਤੀਜੇ ਨੇ ਸਾਧ ਸੰਗਤ ਜੀ ਨੁਕਸਾਨ ਉਹਨਾਂ ਨੂੰ ਹੈ ਜਿਹੜੇ ਵਾਹਿਗੁਰੂ ਪਰਮੇਸ਼ਰ ਦਾ ਰਾਹ ਛੱਡ ਕੇ ਕਿਰਤਮ ਪੂਜਾ ਵਿੱਚ ਲੱਗੇ ਹੈ, ਝੂਠੀ ਕਿਰਿਆ ਵਿੱਚ ਲੱਗੇ ਹੋਏ ਨੇ, ਦੇਵੀ ਦੇਵਤਿਆਂ ਦਾ ਪੂਜਨ ਕਰਦੇ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਔਰ ਚੌਥੇ ਨੇ ਜਿਹੜੇ ਚਾਕਰ ਨੇ, ਦੇਵੀ ਦੇਵਤਿਆਂ ਦੀ ਨਿਆਈ ਸਾਧ ਸੰਗਤ ਜੀ ਪੂਜਾ ਕਰਦੇ ਹੈ, ਉਹ ਨੌਕਰੀ ਕਰਦੇ ਨੇ ਸਾਧ ਸੰਗਤ ਜੀ ਦੇਵੀ ਦੇਵਤਿਆਂ ਦੀ। ਸੋ ਸੱਚੇ ਪਾਤਸ਼ਾਹ ਕਹਿੰਦੇ ਭਾਵੇਂ ਸਾਵਣ ਦਾ ਮਹੀਨਾ ਹੋਵੇ, ਇਹਨਾਂ ਚਾਰਾਂ ਨੂੰ ਨੁਕਸਾਨ ਹੀ ਹੈ। ਔਰ ਦੂਜੇ ਜਿਹੜੇ ਚਾਰ ਨੇ, ਜਿਹੜੇ ਨਾਗਾਂ ਦੀ ਨਿਆਈ ਮਹਾਂਪੁਰਖ ਨੇ ਤਿਆਗ ਦੀ ਬਿਰਤੀ ਰੱਖੀ ਹੈ ਅੰਦਰ। ਜਿਵੇਂ ਨਾਗ ਸਾਧ ਸੰਗਤ ਜੀ ਖੱਡ ਛੱਡ ਕੇ ਬਾਹਰ ਆ ਜਾਂਦਾ ਨਾ ਆਨੰਦ ਮਾਣਦਾ ਪਾਣੀ ਦਾ, ਇਸੇ ਪ੍ਰਕਾਰ ਸਾਧ ਸੰਗਤ ਜੀ ਜਿਹੜੇ ਨਾਗਾਂ ਦੀ ਨਿਆਈ ਮਹਾਂਪੁਰਖ ਤਿਆਗ ਬਿਰਤੀ ਵਾਲੇ ਨੇ, ਆਪਣੀ ਖੁੱਡ ਨੂੰ ਛੱਡ ਕੇ, ਭਾਵ ਆਪਣੀ ਮਨ ਮਤ ਨੂੰ ਛੱਡ ਕੇ ਔਰ ਆਪਣੀ ਹੰਗਤਾ ਨੂੰ ਛੱਡ ਕੇ, ਅਹੰ ਭਾਵ ਨੂੰ ਜੀਵ ਪੁਣੇ ਦਾ ਹੰਕਾਰ ਛੱਡ ਕੇ ਬਾਹਰ ਆ ਗਏ। ਫਿਰ ਕਿੱਥੇ ਗੁਰੂ ਦੇ ਚਰਨੀ ਆ ਗਏ, ਬਹਿ ਗਏ ਨੇ ਫਿਰ ਆ ਕੇ। ਫਿਰ ਮਹਾਰਾਜ ਦੇ ਨਾਮ ਰੂਪੀ ਵਰਖਾ ਹੋਈ ਹੈ ਉਹਨਾਂ ਦੇ ਮਨ ਤੇ। ਸਾਧ ਸੰਗਤ ਜੀ ਗੁਰੂ ਜੀ ਕਹਿੰਦੇ ਹੈ ਨਾ, ਨਾਗਣ ਹੋਵਾ ਧਰ ਵਸਾ, ਸ਼ਬਦ ਵਸੈ ਭਉ ਜਾਏ। ਉਦੋਂ ਫਿਰ ਸ਼ਬਦ ਵਸਦਾ ਗੁਰੂ ਸਾਹਿਬ ਸੱਚੇ ਪਾਤਸ਼ਾਹ ਦਾ। ਤੇ ਦੂਜੇ ਜਿਹੜੇ ਮਿਰਗਾਂ ਦੀ ਨਿਆਈ ਸਾਧ ਸੰਗਤ ਜੀ ਜੰਗਲ ਵਿੱਚ ਰਹਿਣ ਵਾਲੇ ਬਾਣ ਪ੍ਰਸਤੀ ਨੇ, ਉਹਨਾਂ ਨੂੰ ਵੀ ਫਾਇਦਾ ਮਹਾਰਾਜ ਕਹਿੰਦੇ। ਤੇ ਔਰ ਤੀਜਾ ਫਾਇਦਾ ਮੱਛੀਆਂ ਦੀ ਨਹੀਂ, ਜਿਹੜੇ ਗ੍ਰਸਤੀ ਗੁਰਮੁਖ ਨੇ, ਗ੍ਰਸਤੀ ਵੀ ਹੈ ਗੁਰਮੁਖ ਵੀ ਹੈ, ਸੰਗਤ ਵੀ ਕਰਦੇ ਹੈ। ਔਰ ਸਾਧ ਸੰਗਤ ਜੀ ਸੱਚੇ ਪਾਤਸ਼ਾਹ ਮਹਾਰਾਜ ਦੇ ਨਾਮ ਨੂੰ ਵੀ ਧਿਆਉਂਦੇ ਹੈ, ਔਰ ਗ੍ਰਸਤ ਵਿੱਚ ਵੀ ਨੇ। ਉਹ ਮੱਛੀਆਂ ਦੀ ਨਿਆਈ ਹੈ, ਜਿਵੇਂ ਪਾਣੀ ਵਿੱਚ ਮੱਛੀ ਰਹਿੰਦੀ ਹੈ ਨਾ, ਹੁਣ ਬਾਹਰ ਨਿਕਲੂਗੀ ਤੇ ਨੁਕਸਾਨ ਹੈ, ਅੰਦਰ ਜੀਵਨ ਹੈ। ਔਰ ਜਿਹੜੇ ਗ੍ਰਸਤੀ ਗੁਰਮੁਖ ਨੇ, ਜੇ ਗ੍ਰਸਤ ਨੂੰ ਛੱਡਦੇ ਨੇ ਤੇ ਨੁਕਸਾਨ ਹੈ, ਘਰ ਵਾਲੀ ਹੈ, ਬੱਚੇ ਹੈ, ਕਬੀਲਦਾਰੀ ਪਈ ਹੈ। ਤਾਂ ਗੁਰਬਾਣੀ ਨੇ ਉਹਨਾਂ ਨੂੰ ਮੱਛੀਆਂ ਦੀ ਨਿਆਈ ਆਖਿਆ। ਇਹ ਬੜਾ ਸਾਧ ਸੰਗਤ ਜੀ ਧਿਆਨ ਦੇ ਕੇ ਸੁਣਨ ਵਾਲਾ ਬਚਨ ਹੈ। ਜਿਹੜੇ ਗ੍ਰਸਤੀ ਗੁਰਮੁਖ ਪਿਆਰੇ ਨੇ, ਮੱਛੀਆਂ ਦੀ ਨਿਆਈ ਹੈ। ਮੱਛੀ ਪਾਣੀ ਤੋਂ ਬਿਨਾਂ ਰਹਿ ਨਹੀਂ ਸਕਦੀ, ਜੀਵਨ ਪਾਣੀ 'ਚ ਹੈ। ਜਿਹੜੇ ਗ੍ਰਸਤੀ ਗੁਰਮੁਖ ਪਿਆਰੇ ਨੇ, ਉਹ ਨਾ ਤੇ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਰਹਿ ਸਕਦੇ ਨੇ, ਕਿਉਂਕਿ ਪਰਲੋਕ ਸਫਲਾ ਨਹੀਂ ਹੋਣਾ। ਔਰ ਪਾਣੀ ਨੂੰ ਭਾਵ ਇਹ ਕਬੀਲਦਾਰੀ ਨੂੰ, ਦੁਨੀਆਦਾਰੀ ਨੂੰ ਵੀ ਨਹੀਂ ਛੱਡ ਸਕਦੇ, ਕਿਉਂਕਿ ਨੁਕਸਾਨ ਹੋ ਜਾਏਗਾ। ਵਿਆਹ ਹੋ ਗਿਆ, ਬੱਚੇ ਨੇ, ਘਰ ਮਾਂ ਪਿਓ ਹੈ। ਸੋ ਸਾਧ ਸੰਗਤ ਜੀ ਇਸੇ ਪ੍ਰਕਾਰ ਔਰ ਰਸੀਆਕਾਰ ਧਨ ਹੋਏ। ਚੌਥੇ ਨੇ ਫਿਰ ਵਾਹਿਗੁਰੂ ਦੇ ਪਿਆਰੇ, ਜਿਨ੍ਹਾਂ ਨੂੰ ਨਾਮ ਦਾ ਰੰਗ ਚੜ੍ਹਿਆ ਹੋਇਆ, ਜਿਨ੍ਹਾਂ ਦੇ ਹਿਰਦੇ ਰੂਪੀ ਘਰ ਵਿੱਚ ਨਾਮ ਧਨ ਹੈ। ਸੱਚੇ ਪਾਤਸ਼ਾਹ ਕਹਿੰਦੇ ਹੈ, ਸਾਵਣ ਸਰਸੀ ਕਾਮਣੀ। ਫਿਰ ਉਹ ਜੀਵ ਰੂਪੀ ਇਸਤਰੀ ਸਾਧ ਸੰਗਤ ਜੀ ਸਹਿਤ ਰਸ ਦੇ ਹੋ ਗਈ। ਉਹਨਾਂ ਦੇ ਪੱਲੇ ਜਿਸ ਵੇਲੇ ਵਾਹਿਗੁਰੂ ਦਾ ਨਾਮ ਆਇਆ, ਸਾਧ ਸੰਗਤ ਜੀ ਸੰਤ ਸਾਜਨ ਭਏ ਸਰਸੇ, ਸਰਸੇ ਨਾਮ ਹੈ ਖੇੜੇ ਦਾ, ਆਨੰਦ ਦਾ। ਸੋ ਵੇਖੋ ਅਸੀਂ ਕੋਠੀਆਂ ਕਾਰਾਂ ਵਿੱਚ ਰਹਿ ਰਹੇ ਹਾਂ, ਮਖਬਲੀਆਂ ਸੇਜਾਂ 'ਤੇ ਪੈਂਦੇ ਹਾਂ, ਏਸੀਆਂ 'ਚ ਰਹਿੰਦੇ ਹਾਂ, ਤਾਂ ਵੀ ਆਨੰਦ ਨਹੀਂ ਹੈ, ਕਿਉਂਕਿ ਵਾਹਿਗੁਰੂ ਦਾ ਨਾਮ ਨਹੀਂ ਜੇ ਪੱਲੇ। ਜਿਸ ਵਾਹਿਗੁਰੂ ਦੇ ਨਾਮ ਨੇ ਆਨੰਦ ਦੇਣਾ ਸੀ ਨਾ, ਰਸ ਦੇਣਾ ਸੀ, ਉਹ ਨਹੀਂ ਸਾਡੇ ਪਾਸ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਉਹ ਜੀਵ ਰੂਪੀ ਇਸਤਰੀ ਸਹਿਤ ਰਸ ਦੇ ਹੋ ਗਈ, ਉਹਨਾਂ ਦੇ ਮਨ ਨੂੰ ਆਨੰਦ ਹੈ। ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਕਹਿੰਦੇ, ਜਿਨ੍ਹਾਂ ਦਾ ਚਰਨ ਕਮਲਾਂ ਦੇ ਨਾਲ ਪਿਆਰ ਹੈ। ਧੰਨ ਗੁਰੂ ਹਰਿਰਾਏ ਸਾਹਿਬ ਸੱਚੇ ਪਾਤਸ਼ਾਹ ਦਾ ਸਿੱਖ ਭਾਈ ਗਾਉਂਦਾ ਹੋਇਆ, ਵੇਖੋ ਨਦੀ ਦੇ ਕਿਨਾਰੇ 'ਤੇ ਬੈਠਾ ਰਿਹਾ, ਮਹਾਰਾਜ ਦੇ ਚਰਨ ਨਹੀਂ ਛੱਡੇ। ਦੁਪਹਿਰ ਦਾ ਵੇਲਾ ਹੋ ਗਿਆ ਸੀ, ਲਾਂਗਰੀ ਕਹਿੰਦਾ ਮਹਾਰਾਜ ਭੋਜਨ ਛਕ ਲਓ। ਸਾਧ ਸੰਗਤ ਜੀ ਮਹਾਰਾਜ ਅੱਖਾਂ ਹੀ ਬੰਦ ਕਰਕੇ ਬੈਠੇ ਹੈ। ਸਾਧ ਸੰਗਤ ਜੀ ਦੁਪਹਿਰ ਦਾ ਵੇਲਾ ਹੋ ਚੁੱਕਾ ਸੀ, ਦੁਪਹਿਰ ਦਾ ਵੇਲਾ ਵੀ ਲੰਘਣਾ ਸ਼ੁਰੂ ਹੋ ਗਿਆ। ਫਿਰ ਭਾਈ ਗਾਉਂਦੇ ਨੇ ਚਰਨ ਛੱਡੇ। ਸੱਚੇ ਪਾਤਸ਼ਾਹ ਦੀ ਸਮਾਧੀ ਖੁੱਲ੍ਹੀ ਹੈ, 7ਵੇਂ ਪਾਤਸ਼ਾਹ ਗੁਰੂ ਹਰਿਰਾਏ ਸਾਹਿਬ ਦੀ। ਸਿੱਖ ਕਹਿੰਦੇ ਮਹਾਰਾਜ ਕੀ ਹੋ ਗਿਆ ਸੀ ਅੱਜ ਤੁਹਾਨੂੰ? ਮਹਾਰਾਜ ਕਹਿੰਦੇ ਮੇਰਾ ਸਿੱਖ ਪ੍ਰੇਮ ਕਰਨ ਵਾਲਾ ਸੀ ਭਾਈ ਗਾਉਂਦਾ, ਉਹਨੇ ਮੇਰੇ ਚਰਨ ਹੀ ਨਹੀਂ ਛੱਡੇ। ਦੱਸ ਉਹ ਮੇਰੇ ਚਰਨ ਹੀ ਨਹੀਂ ਛੱਡ ਰਿਹਾ, ਮੈਂ ਕਿਵੇਂ ਉਹਦੇ ਚਰਨ ਛੱਡ ਦੇਵਾਂ? ਸਾਧ ਸੰਗਤ ਜੀ ਇਹਨੂੰ ਕਹਿੰਦੇ ਨੇ ਸਿੱਖ ਤੇ ਗੁਰੂ ਦਾ ਪਿਆਰ, ਇਹਨੂੰ ਕਹਿੰਦੇ ਨੇ
ਪੁੱਤਾ ਮਿੱਤਾ ਭਾਈ ਆ, ਪੁੱਤਰ ਦਾ ਔਰ ਮਿੱਤਰ ਭਾਈ ਦਾ ਜੋ ਪ੍ਰੇਮ ਹੈ ਉਸੇ ਪ੍ਰਕਾਰ ਗੁਰੂ ਦਾ ਪ੍ਰੇਮ ਹੈ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੁਪਹਿਰ ਦਾ ਵੇਲਾ ਤੇ ਹੋ ਗਿਆ, ਭੋਜਨ ਛਕਣੋਂ ਵੀ ਖੁੰਝ ਗਏ, ਪਰ ਮੇਰਾ ਸਿੱਖ ਛੱਡਦਾ ਹੀ ਨਹੀਂ ਸੀ ਮੈਨੂੰ। ਸਾਧ ਸੰਗਤ ਜੀ, ਇਉਂ ਸਤਵੇਂ ਪਾਤਸ਼ਾਹ ਧੰਨ ਗੁਰੂ ਹਰਿਰਾਏ ਸਾਹਿਬ ਨੇ ਬਚਨ ਆਖੇ। ਸਾਧ ਸੰਗਤ ਜੀ, ਉਹ ਫਿਰ ਚਰਨਾਂ ਕਮਲਾਂ ਦੇ ਨਾਲ ਜਿਨ੍ਹਾਂ ਦਾ ਪ੍ਰੇਮ ਹੁੰਦਾ ਨਾ, ਆਨੰਦ ਦੇ ਸਹਿਤ ਰਹਿੰਦੇ ਹੈ। ਉਹ ਖੋਪੜ ਲੁਹਾ ਕੇ ਵੀ ਆਨੰਦ ਦੇ ਸਹਿਤ ਰਹਿੰਦੇ ਹੈ, ਬੰਦ ਕਟਵਾ ਕੇ ਵੀ ਮਹਾਰਾਜ ਨੂੰ ਕਹਿੰਦੇ ਮਹਾਰਾਜ ਆਨੰਦ ਬਹੁਤਾ ਆਇਆ। ਸੱਚੇ ਪਾਤਸ਼ਾਹ ਸਾਨੂੰ ਜੇ ਕੋਈ ਸਰੀਰਕ ਦੁੱਖ ਆ ਜਾਏ ਨਾ, ਸਾਧ ਸੰਗਤ ਜੀ, ਗੁਰੂ ਨੂੰ ਲਾਂਭੇ ਦਿੰਦੇ ਆ, ਸੱਚੇ ਪਾਤਸ਼ਾਹ ਮਹਾਰਾਜ ਤੋਂ ਬੇਮੁਖ ਹੋ ਜਾਂਦੇ ਆ। ਪਰ ਨਹੀਂ, ਤਨ ਮਨ ਕਾਟ ਸਭ ਅਰਬੀ ਵਿੱਚ ਅਗਨੀ ਆਪ ਜਲਾਈ। ਜੇ ਕੋਈ ਇੱਥੋਂ ਵੀ ਤੱਕ ਵੀ ਕੋਈ ਆ ਜਾਵੇ ਨਾ, ਤਾਂ ਵੀ ਆਨੰਦ ਸਾਧ ਸੰਗਤ ਜੀ ਮਨ ਵਿੱਚ ਰਹਿੰਦਾ। ਸੱਚੇ ਪਾਤਸ਼ਾਹ ਕਹਿੰਦੇ ਭਾਈ ਉਹਨਾਂ ਦਾ ਸਾਵਣ ਮਹੀਨਾ ਬੜਾ ਹੀ ਆਨੰਦ ਦੇ ਸਹਿਤ ਹੈ। ਚਰਨ ਕਮਲ ਸਿਓ ਪਿਆਰ। ਮਹਾਰਾਜ ਕਹਿੰਦੇ ਉਹਨਾਂ ਦੇ ਚਰਨਾਂ, ਵਾਹਿਗੁਰੂ ਦੇ ਚਰਨਾਂ ਕਮਲਾਂ ਦੇ ਨਾਲ ਪਿਆਰ ਹੀ ਇੰਨਾ ਆ ਕਿ ਆਨੰਦ ਦੇ ਸਹਿਤ ਹੋ ਗਏ। ਸਾਧ ਸੰਗਤ ਜੀ, ਉਹਨਾਂ ਦੇ ਜੀਵਨ ਵਿੱਚ, ਉਹਨਾਂ ਦੇ ਬੋਲਾਂ ਵਿੱਚ ਆਨੰਦ ਹੈ, ਰਸ ਹੈ। ਅਸੀਂ ਬੇਰਸੇ ਹੋਏ ਫਿਰਦੇ ਹਾਂ। ਦੇਖੋ, ਗੁਰਮੁਖ ਤੇ ਮਨਮੁਖ ਦੇ ਵਿੱਚ ਸਾਧ ਸੰਗਤ ਜੀ ਫਰਕ ਹੀ ਇਹ ਹੈ। ਗੁਰਮੁਖ ਪਿਆਰੇ ਸੰਤ ਸਾਜਨ ਭਏ ਸਰਸੇ ਆਨੰਦ ਦੇ ਸਹਿਤ ਰਹਿੰਦੇ ਹੈ, ਖੇੜੇ ਦੇ ਸਹਿਤ ਰਹਿੰਦੇ ਨੇ, ਕਿਉਂਕਿ ਨਾਮ ਦੀ ਵਰਖਾ ਅੰਦਰ ਹੋ ਰਹੀ ਹੈ। ਨਾਮ ਦੀ ਵਰਖਾ ਅੰਦਰ ਸਾਧ ਸੰਗਤ ਜੀ ਹੈ ਪਰਮੇਸ਼ਰ ਦੀ। ਜਿਸ ਪ੍ਰਕਾਰ ਬਾਹਰੀ ਵਰਖਾ ਹੋਣ ਕਰਕੇ ਸਾਧ ਸੰਗਤ ਜੀ ਇਹ ਜਿਹੜੀ ਬਨਸਪਤੀ ਏ ਖਿੜ ਉੱਠਦੀ ਏ, ਵਾਹਿਗੁਰੂ ਦੇ ਪਿਆਰੇ ਵੀ ਖਿੜ ਉੱਠਦੇ ਨੇ। ਉਹ ਜੀਵ ਰੂਪੀ ਇਸਤਰੀ ਵੀ ਖਿੜ ਉੱਠਦੀ ਏ ਜਦੋਂ ਪਤੀ ਪਰਮਾਤਮਾ ਪਰਮੇਸ਼ਰ ਦੇ ਕੋਲ ਜਾ ਕੇ ਵਾਹਿਗੁਰੂ ਜੀ ਦੇ ਨਾਮ ਰੂਪੀ ਧਨ ਨੂੰ ਜਦੋਂ ਇਕੱਠਾ ਕੀਤਾ, ਆਨੰਦ ਦੇ ਸਹਿਤ ਹੋ ਕੇ ਚਰਨਾਂ ਕਮਲਾਂ ਦਾ ਪਿਆਰ ਹੈ। ਮਨ ਤਨ ਰਤਾ ਸੱਚ ਰੰਗ। ਮਹਾਰਾਜ ਕਹਿੰਦੇ ਐਸੇ ਸਤਿਪੁਰਸ਼ਾਂ ਦਾ ਮਨ ਵੀ ਤਨ ਵੀ ਨਿਰੰਕਾਰ ਦੇ ਸੱਚੇ ਨਾਮ 'ਚ ਰਤਿਆ ਹੋਇਆ ਹੁੰਦਾ ਆ। ਸੱਚੇ ਪਾਤਸ਼ਾਹ ਕਹਿੰਦੇ ਸੱਚ ਰੰਗ। ਸੱਚਾ ਰੰਗ ਕਿਹੜਾ? ਜਿਹਨੂੰ ਮਜੀਠਾ ਰੰਗ ਵੀ ਆਖਿਆ ਗੁਰਬਾਣੀ ਨੇ। ਜਿਹੜਾ ਸਾਧ ਸੰਗਤ ਜੀ ਪੱਕਾ ਰੰਗ ਹੁੰਦਾ ਨਾ, ਉਹ ਫਿਰ ਚਾਹੇ ਗਰੀਬੀ ਆ ਜਾਏ, ਜਿਵੇਂ ਸਾਧ ਸੰਗਤ ਜੀ ਕਬੀਰ ਸਾਹਿਬ ਮਹਾਰਾਜ ਜੀ ਨੇ ਆਖਿਆ, ਕਰਵਟ ਭਲਾ ਨਾ ਕਰਵਟ ਤੇਰੀ, ਲਾਗ ਗਲੇ ਸੁਣ ਬਿਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਭਲਾ ਕਾਹੇ ਕੋ ਮਾਰੇ, ਕਰਵਟ ਦੇ ਕਾਹੇ ਕੋ ਮਾਰੇ। ਹੇ ਵਾਹਿਗੁਰੂ, ਮੇਰੇ ਨਾਲ ਗੁੱਸੇ ਨਾ ਹੋ, ਮੈਨੂੰ ਤੇਰੀ ਮਾਇਆ ਨਹੀਂ ਚਾਹੀਦੀ, ਮੈਨੂੰ ਤੇਰੀ ਧਨ ਦੌਲਤ ਨਹੀਂ ਚਾਹੀਦਾ, ਮੈਨੂੰ ਰਿੱਧੀਆਂ ਸਿੱਧੀਆਂ ਵੀ ਨਹੀਂ ਚਾਹੀਦੀਆਂ, ਮਹਾਰਾਜ ਬਸ ਪਿਆਰ ਚਾਹੀਦਾ। ਕਰਵਟ ਦੇ ਕਾਹੇ ਕੋ ਮਾਰੇ, ਕਰਵਟ ਨਾਮ ਹੈ, ਤੂੰ ਇਹ ਧਾਰਨ ਕਰ ਲਿਆ, ਸੁਭਾਅ ਕਰੜਾ ਸਖਤ ਸੁਭਾਅ ਧਾਰਨ ਕਰ ਲਿਆ, ਮੂੰਹ ਫੇਰ ਲਿਆ ਮੇਰੇ ਤੋਂ, ਇਹ ਮੈਨੂੰ ਚੰਗਾ ਨਹੀਂ ਲੱਗਦਾ, ਮੈਨੂੰ ਕਾਂਸ਼ੀ ਦਾ ਆਰਾ ਪਿਆਰਾ। ਕਰਵਟ ਭਲਾ ਨਾ ਕਰਵਟ ਤੇਰੀ, ਬੜੇ ਅਮੋਲਕ ਬਚਨ ਕਬੀਰ ਸਾਹਿਬ ਨੇ ਆਖੇ ਨੇ। ਦੇਖੋ ਗੁਰਸਿੱਖਾਂ ਦਾ ਪਿਆਰ, ਸਤਿਪੁਰਖਾਂ ਦਾ ਪ੍ਰੇਮ ਦੇਖੋ। ਇਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਅੱਲਾ ਜੀ, ਮੈਨੂੰ ਕਾਂਸ਼ੀ ਦਾ ਆਰਾ ਤੇ ਪਿਆਰਾ ਲੱਗਦਾ, ਤੇਰੀ ਬੇਰੁਖੀ ਪਿਆਰੀ ਨਹੀਂ ਲੱਗਦੀ। ਹਉ ਵਾਰੀ ਮੁਖ ਫੇਰ ਪਿਆਰੇ, ਇਹ ਵਾਹਿਗੁਰੂ ਮੇਰੇ ਵੱਲ ਮੁਖ ਕਰਕੇ ਵੇਖ, ਮੁਖ ਫੇਰ ਕੇ ਵੇਖ, ਕਰਵਟ ਦੇ ਕਾਹੇ ਕੋ ਮਾਰੇ। ਆ ਗੁੱਸੇ ਵਾਲਾ ਸੁਭਾਅ ਧਾਰਨ ਕਰੀ ਬੈਠਾ ਆ, ਬੇਰੁਖੀ ਧਾਰਨ ਕਰੀ ਬੈਠਾ, ਕਿਉਂ ਮਾਰਦਾ ਆ ਮੈਨੂੰ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਭਗਤ ਕਬੀਰ ਸਾਹਿਬ ਮਹਾਰਾਜ ਦੇ ਸਾਧ ਸੰਗਤ ਜੀ ਅਮੋਲਕ ਬਚਨ ਆਸਾ ਰਾਗ ਚਾਹੁੰਦੇ ਨੇ ਇਹ। ਸੋ ਸਤਿਗੁਰੂ ਜੀ ਕਹਿੰਦੇ ਨੇ ਉਹਨਾਂ ਦਾ ਮਨ ਔਰ ਤਨ, ਮਨ ਕਰਕੇ ਵੀ ਤਨ ਕਰਕੇ ਵੀ ਕੱਟਿਆ ਜਾਏ ਤਨ, ਨਹੀਂ ਖਹਿੜਾ ਛੱਡਦੇ ਗੁਰੂ ਗੋਬਿੰਦ ਸਿੰਘ ਦਾ, ਨਹੀਂ ਖਹਿੜਾ ਛੱਡਦੇ ਧੰਨ ਗੁਰੂ ਅਰਜਨ ਸਾਹਿਬ ਦਾ, ਨਹੀਂ ਖਹਿੜਾ ਛੱਡਦੇ ਸਤਿਗੁਰੂ ਤੇਗ ਬਹਾਦਰ ਮਹਾਰਾਜ ਦਾ ਭਾਈ ਮਤੀ ਦਾਸ ਵਰਗੇ। ਕਿਉਂਕਿ ਮਨ ਵੀ ਰੰਗਿਆ ਸੀ, ਪਹਿਲਾ ਮਨ ਰੰਗਿਆ ਉਹਨਾਂ ਨੇ, ਤੇ ਐਸਾ ਮਨ ਰੰਗਿਆ ਫਿਰ ਤਨ ਪਿੱਛੇ ਨਹੀਂ ਮੁੜਿਆ। ਸਾਧ ਸੰਗਤ ਜੀ, ਇਸੇ ਕਰਕੇ ਸਤਿਗੁਰੂ ਜੀ ਦਾਸ, ਇਹ ਸੱਚਾ ਰੰਗ ਹੈ ਭਾਈ ਪਰਮੇਸ਼ਰ, ਇਹ ਨਹੀਂ ਲੈਂਦਾ। ਤੇ ਜਿਹੜੇ ਦੁਨੀਆ ਦੇ ਝੂਠੇ ਰੰਗ ਨੇ ਉਹ ਲੈ ਜਾਂਦੇ ਨੇ। ਕਿਸੇ ਕੋਲ ਬਹੁਤੀ ਮਾਇਆ ਸੀ, ਸਮਾਂ ਪਿਆ, ਅੱਜ ਮਾਇਆ ਚਲੀ ਗਈ, ਰੰਗ ਲੈ ਗਿਆ, ਹੰਕਾਰ ਦੂਰ ਹੋ ਗਿਆ। ਕਿਤੇ ਕਹਿੰਦਾ ਸੀ ਮੈਂ ਧਨਵਾਨ ਹਾਂ, ਮੈਂ ਅਮੀਰ ਹਾਂ, ਮਾਇਆ ਚਲੀ ਗਈ, ਰੰਗ ਲੈ ਗਿਆ। ਸਾਧ ਸੰਗਤ ਜੀ,
ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਹੈ, ਇਹ ਤੇ ਭਾਈ ਦੁਨੀਆ ਦੇ ਕੱਚੇ ਰੰਗ ਹੈ। ਸੱਚਾ ਰੰਗ ਤੇ ਵਾਹਿਗੁਰੂ ਪਰਮੇਸ਼ਰ ਨਿਰੰਕਾਰ ਦਾ ਹੀ ਹੈ। ਜਿਸ ਪ੍ਰਕਾਰ ਸੂਰਜ ਚੜ੍ਹਦਾ ਨਾ, ਦੇਖੋ ਅੰਮ੍ਰਿਤ ਵੇਲੇ ਚਿੜੀ ਚੌਕੀ ਪਉ ਫੁੱਟੀ ਵਗਣ ਬਹੁਤ ਤਰੰਗ, ਚਿੜੀਆਂ ਚੂਕਦੀਆਂ ਨੇ ਸਾਧ ਸੰਗਤ ਜੀ, ਪੰਛੀ ਬੋਲਦੇ ਹੈ, ਕਿਉਂ ਮਸਤ ਹੋਏ ਨੇ ਰੰਗ ਦੇ ਵਿੱਚ ਕਿ ਸਵੇਰ ਹੋ ਗਈ ਹੈ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਜਦੋਂ ਗੁਰਮੁਖ ਪਿਆਰਿਆਂ ਦੇ ਮਨ ਅੰਦਰ ਗਿਆਨ ਰੂਪੀ ਸੂਰਜ ਚੜ੍ਹਦਾ ਨਾ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ, ਨਾਮ ਦਾ ਰੰਗ ਰੂਪੀ ਜਦੋਂ ਸੂਰਜ ਚੜ੍ਹਿਆ, ਗਿਆਨ ਦਾ ਸੂਰਜ ਚੜ੍ਹਿਆ ਉਹਨਾਂ ਗੁਰਮੁਖਾਂ ਦੇ ਮਨ ਅੰਦਰ, ਉਹ ਵੀ ਫਿਰ ਚਿੜੀ ਦੀ ਨਿਆਈ ਸਾਧ ਸੰਗ ਜੀ ਗੁਰਮੁਖ ਕੂਕਦੇ ਆ। ਕੀ ਕੂਕਦੇ ਆ? ਵਾਹਿਗੁਰੂ ਵਾਹਿਗੁਰੂ ਕੂਕਦੇ ਆ। ਫਿਰ ਸਾਧ ਸੰਗਤ ਜੀ ਪੰਛੀਆਂ ਦੀ ਨਿਆਈ ਬੋਲਦੇ ਆ ਬਚਨ, ਮਿੱਠੇ ਬਚਨ ਬੋਲਦੇ ਆ। ਇਸੇ ਪ੍ਰਕਾਰ ਮਹਾਰਾਜ ਜੀ ਦੱਸਦੇ ਨੇ, ਕਿਉਂਕਿ ਸੱਚਾ ਰੰਗ ਚੜ੍ਹਿਆ ਹੋਇਆ ਉਹਨਾਂ ਦੇ ਮਨ ਨੂੰ। ਇੱਕੋ ਨਾਮ ਆਧਾਰ। ਹਾਂ ਭਾਈ, ਇੱਕ ਵਾਹਿਗੁਰੂ ਦੇ ਨਾਮ ਦਾ ਆਧਾਰ ਆਸਰਾ ਬਣਾਇਆ। ਤੁਸੀਂ ਵੀ ਵਾਹਿਗੁਰੂ ਦੇ ਨਾਮ ਦਾ ਆਸਰਾ ਬਣਾਓ। ਜਿਸ ਵਾਹਿਗੁਰੂ ਦੇ ਨਾਮ ਨੇ ਭਾਈ ਪਰਲੋਕ ਵਿੱਚ ਵੀ ਸਹਾਇਤਾ ਕਰਨੀ ਹੈ। ਜਹ ਜਾਈਏ ਤਹਾਂ ਸੁਹੇਲੇ, ਜਿੱਥੇ ਵੀ ਜਾਵੋਗੇ। ਸਤਿਗੁਰੂ ਰਾਮਦਾਸ ਮਹਾਰਾਜ ਕਹਿੰਦੇ ਨਾ, ਜਿੱਥੇ ਹਰ ਅਰਾਧੀ ਹੈ ਤਿੱਥੇ ਹਰ ਮਿੱਤ ਸਹਾਈ। ਜਿੱਥੇ ਵੀ ਤੂੰ ਵਾਹਿਗੁਰੂ ਨੂੰ ਅਰਾਧੇਂਗਾ, ਸੱਚੇ ਪਾਤਸ਼ਾਹ ਵਾਹਿਗੁਰੂ ਤੇਰਾ ਮਿੱਤਰ ਬਣ ਕੇ ਸਹਾਇਤਾ ਕਰੇਗਾ। ਐਸਾ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੈ, ਐਸੀ ਮਹਾਰਾਜ ਦੇ ਨਾਮ ਦੀ ਮਹਿਮਾ ਹੈ, ਤੇ ਉਹ ਅਸੀਂ ਨਾਮ ਨੂੰ ਛੱਡੀ ਬੈਠੇ ਹਾਂ। ਗੁਰਬਾਣੀ ਕਹਿੰਦੀ, ਨਾਮ ਰੰਗ ਸਰਬ ਸੁਖ ਹੋਏ, ਵਡਭਾਗੀ ਕਿਸੇ ਪ੍ਰਾਪਤ ਹੋਏ। ਪਰ ਫਿਰ ਕਿਸੇ ਵਡਭਾਗੀ ਨੂੰ ਪ੍ਰਾਪਤ ਹੁੰਦਾ, ਕਿਸੇ ਵਡਭਾਗੀ ਨੂੰ। ਸੁੱਖਾਂ ਪਿੱਛੇ ਭੱਜੇ ਫਿਰਦੇ ਆ, ਸੁੱਖ ਨਹੀਂ ਮਿਲਦਾ, ਕਿਉਂਕਿ ਨਾਮ ਰੰਗ ਨਹੀਂ ਚੜਿਆ ਹਜੇ। ਯਾਦ ਰੱਖਿਓ, ਜਿਹਦਾ ਜਨਮ ਹੀ ਦੁੱਖ ਤੋਂ ਹੋਇਆ ਹੋਵੇ, ਇਹ ਤੁਹਾਡੇ ਯਾਦ ਰੱਖਣ ਯੋਗ ਗੱਲ ਹੈ। ਗੁਰੂ ਗ੍ਰੰਥ ਸਾਹਿਬ ਇਸ ਗੱਲ ਤੇ ਮੋਹਰ ਲਾਉਣਗੇ, ਜਿਹਦਾ ਜਨਮ ਹੀ ਦੁੱਖਾਂ ਤੋਂ ਹੋਇਆ ਹੋਵੇ ਉਹਨੂੰ ਕਦਾਚਿਤ ਵੀ ਸੁੱਖ ਨਹੀਂ ਮਿਲੇਗਾ। ਪਤਾ ਕਿਵੇਂ? ਦੁੱਖ ਮਹਾਰਾਜ ਸੱਚੇ ਪਾਤਸ਼ਾਹ ਦੱਸਦੇ ਨੇ, ਦੁੱਖ ਜੰਮਣ ਦੁੱਖ ਮਰਨ ਦੁੱਖ ਵਰਤਣ ਸੰਸਾਰ। ਸਾਡਾ ਦੁੱਖ ਵੀ ਜੰਮਣ ਵਿੱਚ ਵੀ ਦੁੱਖ ਹੋਇਆ, ਸਾਡਾ ਮਰਨ ਵੇਲੇ ਵੀ ਦੁੱਖ ਹੈ, ਤੇ ਵਿੱਚ ਕੀ? ਮਹਾਰਾਜ ਕਹਿੰਦੇ ਦੁੱਖ ਵਰਤਣ ਸੰਸਾਰ, ਤੇ ਵਿੱਚ ਵੀ ਦੁੱਖ ਹੀ ਹੈ। ਸਾਧ ਸੰਗਤ ਜੀ, ਪਹਿਲਾਂ ਵੀ ਦੁੱਖ, ਜਨਮ ਹੋਇਆ ਦੁੱਖ, ਮਰਾਂਗੇ ਦੁੱਖ, ਤੇ ਮੱਧ ਵੇਲੇ ਹੁਣ ਵੀ ਦੁੱਖ ਹੀ ਹੈ। ਤੋ ਤਾਂ ਕਰਕੇ ਸੱਚੇ ਪਾਤਸ਼ਾਹ ਕਹਿੰਦੇ ਆ ਧੰਨ ਗੁਰੂ ਅਰਜਨ ਸਾਹਿਬ, ਸੁੱਖ ਵਾਹਿਗੁਰੂ ਦੇ ਨਾਮ 'ਚ ਹੀ ਹੈ। ਇੱਕੋ ਨਾਮ ਆਧਾਰ, ਵਾਹਿਗੁਰੂ ਦੇ ਨਾਮ ਦਾ ਆਸਰਾ, ਪਰਮੇਸ਼ਰ ਦੇ ਨਾਮ ਨੂੰ ਆਸਰਾ ਬਣਾ ਲਾ, ਸੁੱਖ ਹੀ ਸੁੱਖ ਹੈ। ਤੇ ਜੇ ਦੁੱਖ ਆ ਵੀ ਗਿਆ ਨਾ, ਦੁੱਖ ਲੱਗੇਗਾ ਨਹੀਂ। ਪੰਜਵੇਂ ਪਾਤਸ਼ਾਹ ਤਤੀ ਤਵੀ ਦੇ ਬਰਾਜ ਗਏ, ਦੁੱਖ ਨਹੀਂ ਲੱਗਿਆ। ਹਾਂ, ਵੇਖਣ ਮਾਤਰ ਪ੍ਰਤੀਤ ਹੋਇਆ ਕਿ ਛਾਲੇ ਹੋ ਗਏ, ਵੇਖਣ ਮਾਤਰ, ਪਰ ਦੁੱਖ ਨਹੀਂ ਹੋਇਆ। ਕੰਡਿਆਂ ਤੇ ਸੁੱਤੇ ਰਹੇ ਪੋਹ ਦੇ ਮਹੀਨੇ, ਸੌਂ ਕੇ ਵਿਖਾਵੇ, ਕੋਈ ਭੁੰਜੇ ਹੀ ਸੌਂ ਕੇ ਵਿਖਾਵੇ, ਪੋਹ ਦੀ ਰਾਤ ਨੂੰ ਨਹੀਂ ਸੌਂ ਸਕੋਗੇ। ਆਨੰਦ ਰਿਹਾ, ਸੁੱਖ ਰਿਹਾ। ਫਿਰ ਵੀ ਕਹਿੰਦੇ ਨੇ ਮਹਾਰਾਜ ਬਹੁਤ ਚੰਗਾ ਹੈ, ਮੈਂ ਚੜ੍ਹਦੀ ਕਲਾ 'ਚ ਹੈ। ਸੋ ਸਾਧ ਸੰਗਤ ਜੀ, ਉਹ ਸੁੱਖ ਦੀ ਪ੍ਰਾਪਤੀ ਹੋਵੇਗੀ, ਉਹ ਸੁੱਖ ਦੀ, ਜਿਸ ਸੁੱਖ ਦੀ ਮਹਾਰਾਜ ਗੱਲ ਕਰ ਰਹੇ ਨੇ। 84 ਲੱਖ ਜੂਨਾਂ ਵਿੱਚ ਫਿਰ ਆਉਣਾ ਨਹੀਂ ਪਏਗਾ, ਮੁਕਤੀ ਰੂਪ ਸੁੱਖ ਪ੍ਰਾਪਤ ਹੋ ਜਾਵੇਗਾ ਜਦੋਂ ਨਾਮ ਦਾ ਆਸਰਾ ਹੋਵੇਗਾ। ਭਾਈ ਤੂੰ ਵੀ ਉਸ ਵਾਹਿਗੁਰੂ ਦੇ ਨਾਮ ਨੂੰ, ਆਸਰੇ ਨੂੰ ਤੱਕ ਲੈ। ਵਿਖਿਆ ਰੰਗ ਕੁੜਾਵਿਆ। ਸਤਿਗੁਰੂ ਜੀ ਕਹਿੰਦੇ ਜਿਹੜੇ ਦੁਨੀਆ ਦੇ ਰੰਗ ਨੇ ਝੂਠੇ, ਕੂੜਾਵੇ ਨੇ, ਕੂੜ ਰਾਜਾ, ਕੂੜ ਪਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਣ ਹਾਰ, ਕੂੜ ਸਵੈਨਾ, ਕੂੜ ਰੂਪਾ, ਕੂੜ ਪਹਿਨਣ ਹਾਰ। ਤੇਰੇ ਕੱਪੜੇ ਪਾਉਣਾ ਇਹ ਵੀ ਝੂਠ ਹੈ, ਬੜੇ ਚੰਗੇ ਕੱਪੜੇ ਪਾਏ ਹੈ, ਝੂਠ ਹੈ। ਮਹਾਰਾਜ ਕਹਿੰਦੇ ਕੂੜ ਪਹਿਨਣ ਹਾਰ। ਫਿਰ ਗੁਰੂ ਜੀ ਕਹਿੰਦੇ ਕੂੜ ਮੀਆਂ ਕੂੜ ਬੀਬੀ ਖੱਬ ਹੋਏ ਖਾਰ, ਕੂੜ ਕੂੜੈ ਨੇਹੋਂ ਲੱਗਾ ਵਿਸਰਿਆ ਕਰਤਾਰ। ਕਰਤਾਰ ਵਿਸਰ ਗਿਆ, ਝੂਠ ਝੂਠੇ ਨੂੰ ਲੱਗ ਗਿਆ। ਕਿਵੇਂ? ਝੂਠਾ ਬੰਦਾ ਝੂਠੇ ਨੂੰ ਹੀ ਲੱਗ ਗਿਆ, ਝੂਠੀਆਂ ਚੀਜ਼ਾਂ ਨੂੰ ਲੱਗਿਆ। ਦੁਨੀਆ ਦੇ ਪਦਾਰਥ ਝੂਠੇ ਨੇ, ਰਾਜ ਮਾਲ ਅਨੇਕ ਭੋਗ ਰਸ ਸਗਲ ਤਰਵਰ ਕੀ ਸ਼ਾਮ।
ਧਾਏ ਧਾਏ ਬਹੁ ਬਿਦ ਕੋ ਧਾਵੇ ਸਗਲ ਨਿਰਾਰਥ ਕਾਮ। ਦੁਨੀਆ ਦੇ ਰਾਜ ਮਾਲ ਅਨੇਕ ਭੋਗ ਰਸ ਝੂਠੇ ਨੇ, ਝੂਠਾ ਬੰਦਾ ਝੂਠੇ ਕੋਲੀ ਜਾਵੇਗਾ। ਕੂੜ ਕੂੜੈ ਨੇਹੋਂ ਲੱਗਾ, ਪਿਆਰ ਹੈ ਨਾ ਝੂਠੇ ਨਾਲ। ਵਿਸਰਿਆ ਕਰਤਾਰ, ਇਹਨੂੰ ਕਰਤਾਰ ਭੁੱਲ ਗਿਆ। ਮਹਾਰਾਜ ਕਹਿੰਦੇ ਇਸੇ ਕਰਕੇ ਝੂਠੀ ਕਿਰਿਆ ਵਿੱਚ ਲੱਗ ਕੇ ਕੂੜ ਕਿਰਿਆ ਉਰਜਿਓ ਸਭ ਹੀ ਜਗ, ਸ਼੍ਰੀ ਭਗਵਾਨ ਕੋ ਭੇਦ ਨਾ ਪਾਇਓ। ਇਹ ਝੂਠੀ ਕਿਰਿਆ ਸਾਰੀ ਸੱਚੇ ਪਾਤਸ਼ਾਹ ਕਹਿੰਦੇ ਕੋੜ ਸੋਇਨਾ ਕੂੜ ਰੂਪਾ। ਗਲ ਵਿੱਚ ਸੋਨੇ ਦਾ ਹਾਰ ਪਾ ਲਿਆ, ਚਾਂਦੀ ਦੀ ਮਾਲਾ ਬਣਾ ਕੇ ਪਾ ਲਈ, ਚੰਗਾ ਕੱਪੜਾ ਪਾ ਲਿਆ। ਮਹਾਰਾਜ ਕਹਿੰਦੇ ਝੂਠ ਹੈ ਜੀ, ਵਿਸਰਿਆ ਕਰਤਾਰ ਵਿਸਰਿਆ ਹੋਇਆ ਇਹਨੂੰ ਵੇਖ ਕੇ। ਬਾਬੇ ਰਵਿਦਾਸ ਮਹਾਰਾਜ ਨੂੰ ਕਹਿੰਦੇ ਵਿਆਹ 'ਤੇ ਲੈ ਕੇ ਜਾਣਾ, ਅਤੇ ਉਹ ਸਾਧ ਸੰਗਤ ਜਿੱਥੇ ਮਹਾਰਾਜ ਭਗਤ ਰਵਿਦਾਸ ਜੀ ਰਹਿੰਦੇ ਸੀ ਨਾ, ਬ੍ਰਹਮ ਗਿਆਨੀ ਤਤ ਵੇਤੇ ਮਹਾਤਮਾ, ਕੋਈ ਭੇਦ ਨਹੀਂ ਹੈ ਗੁਰੂ ਨਾਨਕ ਸਾਹਿਬ ਜੀ ਅਤੇ ਭਗਤ ਰਵਿਦਾਸ ਮਹਾਰਾਜ ਵਿੱਚ। ਸਾਨੂੰ ਵੇਖਣ ਨੂੰ ਹੀ ਚਮਾਰ ਲੱਗਦਾ ਆ। ਗੁਰੂ ਗ੍ਰੰਥ ਸਾਹਿਬ ਕਹਿੰਦਾ ਨਹੀਂ, ਉਹ ਮੈਂ ਹੋ ਗਿਆ ਅਤੇ ਮੈਂ ਉਹ ਹੋ ਗਿਆ, ਮੈਂ ਰਵਿਦਾਸ ਬਣ ਗਿਆ, ਰਵਿਦਾਸ ਪਰਮੇਸ਼ਰ ਬਣ ਗਿਆ। ਅਤੇ ਪਿੰਡ ਦੇ ਮੁੰਡੇ ਕਹਿੰਦੇ ਜੀ ਵਿਆਹ ਲੈ ਕੇ ਜਾਣਾ। ਭਗਤ ਰਵਿਦਾਸ ਮਹਾਰਾਜ ਕਹਿੰਦੇ ਨਾ ਬਈ ਮੈਂ ਨਹੀਂ ਜਾਣਾ, ਮੈਂ ਸਾਰਿਆਂ ਨੂੰ ਕੀ ਹੈ ਵਿਆਹ 'ਤੇ ਜਾਣ ਦੀ। ਕਹਿੰਦੇ ਨਹੀਂ ਜੀ, ਤੁਸੀਂ ਸਾਡੀ ਨਗਰੀ ਵਿੱਚ ਰਹਿੰਦੇ ਹੋ, ਚੱਲੋ ਵਿਆਹ 'ਤੇ, ਆ ਚੰਗੇ ਵਸਤਰ ਪਾ ਲਓ। ਇਹਦੇ ਪ੍ਰਥਾਇਕ ਵਚਨ ਵੀ ਉਚਾਰਿਆ ਮਹਾਰਾਜ ਨੇ। ਅਤੇ ਜਦੋਂ ਮੁੰਡਿਆਂ ਨੇ ਸਾਧ ਸੰਗਤ ਜੀ ਲੜਕਿਆਂ ਨੇ ਚੰਗੇ ਵਸਤਰ ਪਵਾ ਦਿੱਤੇ ਨਾ ਮਹਾਰਾਜ ਭਗਤ ਰਵਿਦਾਸ ਜੀ ਦੇ। ਸੁੰਦਰ ਤੇ ਪਹਿਲਾਂ ਸੀ, ਸੁੰਦਰ ਦਾ ਸਾਧ ਇੱਕ ਗੱਲ ਦਾ ਖਿਆਲ ਰੱਖਿਓ, ਜਿਹੜੀ ਸੁੰਦਰਤਾ ਨਾ ਪਰਮੇਸ਼ਰ ਦਾ ਇੱਕ ਸਾਧ, ਇਹ ਬਖਸ਼ਿਸ਼ ਹੈ, ਗਹਿਣਾ ਆ ਮਹਾਰਾਜ ਦਾ। ਇਹ ਕੋਈ ਜਾਤ ਵੇਖ ਕੇ, ਕੋਈ ਕੁੱਲ ਵੇਖ ਕੇ, ਗਰੀਬੀ ਅਮੀਰੀ ਵੇਖ ਕੇ ਨਹੀਂ ਆਉਂਦੀ ਸੁੰਦਰਤਾ, ਆ ਜਾਂਦੀ ਹੈ ਵਾਹਿਗੁਰੂ ਦੀ ਕਿਰਪਾ ਕਰਕੇ। ਭਗਤ ਰਵਿਦਾਸ ਜੀ ਸੁੰਦਰ ਸੀ। ਬਸਤਰ ਇਹਨੂੰ ਪਵਾ ਦਿੱਤਾ ਮੁੰਡਿਆਂ ਨੇ ਕਿ ਵਿਆਹ ਹੈ ਅੱਜ। ਅਤੇ ਜਦੋਂ ਬਸਤਰ ਪਵਾਇਆ ਅਤੇ ਘੋੜੀ ਚੜ੍ਹਾਤਾ ਭਗਤ ਰਵਿਦਾਸ ਮਹਾਰਾਜ ਨੂੰ ਵੀ ਮਹਾਰਾਜ ਘੋੜੀ 'ਤੇ ਚੱਲੋ ਤੁਸੀਂ, ਸਤਿਪੁਰਸ਼ੋਂ ਮਾਣ ਕਰਦੇ ਹੈ। ਜਿਸ ਵੇਲੇ ਭਗਤ ਰਵਿਦਾਸ ਘੋੜੀ 'ਤੇ ਚੜ੍ਹਿਆ ਨਾ, ਉਹ ਜਿਹੜਾ ਪੁਸ਼ਾਕਾ ਪਾਇਆ ਸੀ ਵੇਖ ਕੇ ਹੰਕਾਰ ਆ ਗਿਆ। ਜਦੋਂ ਹੰਕਾਰ ਆਏ ਉੱਥੇ ਬੈਠਿਆਂ ਬੈਠਿਆਂ ਨੇ ਬਚਨ ਉਚਾਰਿਆ, ਤੂੰ ਕਾਹੇ ਗਰਭ ਬਾਵਲੀ, ਜੈਸੇ ਭਾਦੋ ਖੁੰਭ ਰਾਜ ਤੂੰ ਤਿਸਤੇ ਖਰੀਓ ਤਾਵਲੀ। ਮਹਾਰਾਜ ਕਹਿੰਦੇ ਐਵੇਂ ਤੂੰ ਮਾਣ ਕਰੀ ਜਾਣਾ ਸੁੰਦਰ ਕੱਪੜੇ ਪਹਿਨ ਕੇ ਘੋੜੀ 'ਤੇ ਚੜ੍ਹ ਕੇ, ਔਕਾਤ ਕੀ ਹੈ ਤੇਰੀ, ਕੁਝ ਵੀ ਨਹੀਂ। ਅਤੇ ਭਾਦੋ ਦੇ ਮਹੀਨੇ ਨਾ ਖੁੰਭਾਂ ਪੈਦਾ ਹੁੰਦੀਆਂ ਨੇ, ਮੀਂਹ ਬੜੇ ਪੈਂਦੇ ਹੈ ਅਤੇ ਖੁੰਭਾਂ ਆਪਦੇ ਆਪ ਹੀ ਪੈਦਾ ਹੋ ਜਾਂਦੀਆਂ ਨੇ, ਉਹਦੀ ਵੀ ਮਨਿਆਦ ਹੁੰਦੀ ਹੈ। ਮਹਾਰਾਜ ਭਗਤ ਰਵਿਦਾਸ ਕਹਿੰਦੇ ਐਵੇਂ ਮਾਣ ਕੀਤਾ, ਜੈਸੇ ਭਾਦੋ ਖੁੰਭ ਰਾਜ ਤੂੰ ਤਿਸਤੇ ਖਰੀਓ ਤਾਵਲੀ। ਮਹਾਰਾਜ ਕਹਿੰਦੇ ਉਹਦੀ ਤਾਂ ਮਨਿਆਦ ਤੇ ਹੈਗੀ ਹੈ, ਖੁੰਭ ਦੀ ਮਨਿਆਦ ਹੈ, ਤੇਰੀ ਮਨਿਆਦ ਕੋਈ ਵੀ ਨਹੀਂ ਹੈ। ਐਵੇਂ ਮਾਣ ਕਰ ਲਿਆ ਅਤੇ ਪੁਸ਼ਾਕਾ ਜਾ ਲਾ ਕੇ ਉਹ ਮਾਰਿਆ, ਘੋੜੀ ਤੋਂ ਥੱਲੇ ਆ ਗਿਆ। ਮਹਾਰਾਜ ਭਗਤ ਰਵਿਦਾਸ ਕਹਿੰਦੇ ਮੈਂ ਨਹੀਂ ਜਾਣਾ। ਸੋ ਸਾਧ ਸੰਗਤ ਜੀ, ਸੋ ਸਤਿਪੁਰਖਾਂ ਨੇ ਵੇਖ ਲਿਆ ਕਿ ਸਭ ਕੁਝ ਝੂਠ ਹੈ। ਇਹ ਇਸੇ ਕਰਕੇ ਨਿਉ ਲਾਇਆ ਹੋਇਆ ਪਰਮੇਸ਼ਰ ਦੇ ਨਾਮ ਨਾਲ ਵਿਖਿਆ ਰੰਗ ਕੁੜਾਵਿਆ, ਕੂੜਾਵਿਆ। ਮਹਾਰਾਜ ਕਹਿੰਦੇ ਇਹ ਜਿਹੜੇ ਦੁਨੀਆ ਦੇ ਰਸ ਹੈ ਨਾ, ਮਾਇਆ ਧਨ ਦੌਲਤ ਕੋਠੀਆਂ ਕਾਰਾਂ ਖਾਣ ਪੀਣ ਦਾ ਸਾਜੋ ਸਮਾਨ ਜੋ ਹੈ, ਝੂਠ ਹੈ ਇਹ ਸਭ ਕੁਝ। ਜੇ ਤੈਨੂੰ ਵਾਹਿਗੁਰੂ ਭੁੱਲਿਆ, ਜੇ ਨਿਰੰਕਾਰ ਭੁੱਲਿਆ, ਸਵਾਮੀ ਜੀ ਕਹਿੰਦੇ ਧ੍ਰਿਗ ਧ੍ਰਿਗ ਖਾਇਆ, ਧ੍ਰਿਗ ਧ੍ਰਿਗ ਸੋਇਆ, ਖਾਧਾ ਉਹਦਾ ਮਹਾਰਾਜ ਕਹਿੰਦੇ ਸੁੱਤਾ, ਉਹਦਾ ਕੱਪੜਾ ਪਹਿਨਿਆ ਹੋਇਆ, ਸਭ ਕੁਝ ਤਰਕਾਰ ਯੋਗ ਹੈ ਜੇ ਵਾਹਿਗੁਰੂ ਨਿਰੰਕਾਰ ਚੇਤੇ ਨਹੀਂ ਹੈ। ਅਤੇ ਤਾਂ ਕਰਕੇ ਗੁਰਦੇਵ ਦੱਸਦੇ ਹੈ ਤੈਨੂੰ ਰੰਗ ਚੜ੍ਹਿਆ ਹੋਇਆ। ਮਹਾਰਾਜ ਕਹਿੰਦੇ ਝੂਠੇ ਇਹ ਵਿਸ਼ਿਆਂ ਵਿਕਾਰਾਂ ਦਾ, ਝੂਠਿਆਂ ਰੰਗਾਂ ਦਾ ਰੰਗ ਚੜ੍ਹਿਆ ਹੋਇਆ ਤੈਨੂੰ। ਸੱਚੇ ਪਾਤਸ਼ਾਹ ਦੱਸਦੇ ਨੇ ਪੰਜਵੇਂ ਮਹਾਰਾਜ, ਦਿਸਨ ਸਭੇ ਸ਼ਾਰੂ। ਮਹਾਰਾਜ ਕਹਿੰਦੇ ਸਾਨੂੰ ਤਾਂ ਭਾਈ ਸੁਆਹ ਵਾਂਗ ਦਿਸਦੇ, ਮਿੱਟੀ ਦੀ ਨਿਆਈ ਵੇਖਦੇ ਹੈ। ਰੱਬ ਦੇ ਪਿਆਰਿਆਂ ਨੂੰ ਸ਼ਾਰ ਸੁਆਹ ਦੀ ਨਿਆਈ ਦਿਖਦੇ ਨੇ, ਇਸੇ ਕਰਕੇ ਤੇ ਲੱਗਦੀ ਨਹੀਂ ਹੈ। ਅਸੰਤ ਗਿਆਨੀ ਮੋਹਨ ਸਿੰਘ ਮਹਾਂਪੁਰਖ ਪਿੰਡਰਾਂ ਵਾਲੇ ਤੁਸੀਂ ਵੇਖਿਆ ਹੈ, ਤੁਹਾਨੂੰ ਪਤਾ ਹੈ, ਦੁਨੀਆ ਦੇ ਰੰਗਾਂ ਵਿੱਚ ਨਹੀਂ ਰੰਗੇ। ਕਿਉਂ? ਦਿਸਨ ਸਭੇ ਸ਼ਾਰ,
ਸਾਰਿਆਂ ਨੂੰ ਸੁਆਹ ਸਮਾਨ ਜਾਣੇ ਆ, ਮਿੱਟੀ ਦੇ ਸਮਾਨ ਜਾਣੇ ਆ। ਮਹਾਰਾਜ ਕਹਿੰਦੇ, ਸੱਚੇ ਪਾਤਸ਼ਾਹ ਦੱਸਦੇ ਐ ਇਹ ਵੇਖਣ ਨੂੰ ਹੀ ਚੰਗੇ ਲੱਗਦੇ ਐ। ਮਹਾਰਾਜ ਕਹਿੰਦੇ ਭਾਈ ਸੁਆਦ ਹੀ ਨਹੀਂ ਆਈ ਰੰਗ ਨੇ ਦੁਨੀਆ ਦੇ। ਹਰ ਅੰਮ੍ਰਿਤ ਬੂੰਦ ਸੁਹਾਵਣੀ, ਬੜੀ ਸੋਭਨੀਕ ਹੈ ਵਾਹਿਗੁਰੂ ਪਰਮੇਸ਼ਰ ਦੀ ਅੰਮ੍ਰਿਤ ਬੂੰਦ। ਅੰਮ੍ਰਿਤ ਬੂੰਦ ਸਾਧ ਸੰਗਤ ਜੀ, ਇੱਕ ਮਣੀ ਵਾਲਾ ਸੱਪ ਹੁੰਦਾ ਹੈ। ਜਦੋਂ ਆਕਾਸ਼ ਦੇ ਵਿੱਚ ਚੰਦਰਮਾ ਪੂਰਾ ਚੜ੍ਹਿਆ ਹੁੰਦਾ ਨਾ, ਪੂਰਾ ਚੰਦਰਮਾ, ਪੁੰਨਿਆਂ ਦੀ ਰਾਤ ਜਦੋਂ ਹੁੰਦੀ ਹੈ, ਜਿਵੇਂ ਕਬੀਰ ਸਾਹਿਬ ਮਹਾਰਾਜ ਜੀ ਕਹਿੰਦੇ ਪੁੰਨਿਓ ਪੂਰਾ ਚੰਦ ਆਕਾਸ਼, ਜਦੋਂ ਪੂਰਨਮਾਸ਼ੀ ਹੁੰਦੀ ਹੈ, ਉਸ ਵੇਲੇ ਮਣੀ ਵਾਲਾ ਸੱਪ ਖੁੱਡ ਚੋਂ ਬਾਹਰ ਆਉਂਦਾ। ਯਾਦ ਰੱਖਿਓ, ਗਿਰਗਿਰ ਮੈਂ ਮਾਣਕ ਨਹੀਂ, ਗਜ ਗਜ ਮੋਤੀ ਨਾਹੇ, ਚੰਦਨ ਤਰ ਬਨ ਬਨ ਨਹੀਂ, ਸੰਤ ਨਾ ਪੁਰ ਮਾਏ। ਇੱਕ ਅੱਧਾ ਹੀ ਹੁੰਦਾ। ਹਰੇਕ ਹਾਥੀ ਦੇ ਮੱਥੇ ਵਿੱਚ ਮੋਤੀ ਨਹੀਂ, ਹਰੇਕ ਪਿੰਡ ਵਿੱਚ ਸੰਤ ਨਹੀਂ, ਹਰੇਕ ਜੰਗਲ ਵਿੱਚ ਚੰਦਨ ਦਾ ਦਰਖਤ ਨਹੀਂ, ਤੇ ਹਰੇਕ ਪੱਥਰ ਵਿੱਚ ਮੋਤੀ ਨਹੀਂ ਹੁੰਦਾ। ਗਜ ਗਜ ਮੋਤੀ ਨਾਹੀ, ਗਿਰ ਮੈਂ ਮਾਣਕ ਨਹੀਂ ਹੁੰਦਾ। ਸਾਧ ਸੰਗਤ ਜੀ, ਹਰੇਕ ਪੱਥਰ ਵਿੱਚ, ਹਰੇਕ ਸੱਪ ਵਿੱਚ ਮਣੀ ਨਹੀਂ ਹੁੰਦੀ, ਕੋਈ ਵਿਰਲਾ ਹੈ। ਖੁੱਡ ਛੱਡ ਕੇ ਬਾਹਰ ਆਉਂਦੇ ਨੇ, ਇਹ ਮਣੀ ਬਾਹਰ ਕੱਢਦਾ ਸਾਧ ਸੰਗਤ ਜੀ। ਤੇ ਜਦੋਂ ਮਣੀ ਬਾਹਰ ਕੱਢਦਾ ਨਾ, ਉਹਦੇ ਵਿੱਚੋਂ ਪ੍ਰਕਾਸ਼ ਹੁੰਦਾ, ਮਣੀ ਦਾ ਪ੍ਰਕਾਸ਼ ਹੈ ਇੱਕ। ਸਾਧ ਸੰਗਤ ਜੀ, ਅਮੋਲਕ ਚੀਜ਼ ਹੈ ਵਾਹਿਗੁਰੂ ਦੀ ਬਣਾਈ। ਪੁੰਨਿਆਂ ਦੇ ਵੇਲੇ ਚੰਦਰਮਾ ਪੂਰਾ ਹੁੰਦਾ, ਜਦੋਂ ਚੰਦਰਮਾ ਦੀਆਂ ਕਿਰਨਾਂ ਮਣੀ 'ਤੇ ਪੈਂਦੀਆਂ ਨੇ, ਧਿਆਨ ਦਿਓ, ਉਸ ਵੇਲੇ ਸਾਧ ਸੰਗਤ ਜੀ ਉਹਦੇ 'ਤੇ ਬੂੰਦਾਂ ਪ੍ਰਗਟ ਹੋ ਜਾਂਦੀਆਂ, ਨਵੀਂ ਪ੍ਰਗਟ ਹੋ ਜਾਂਦੀ ਹੈ। ਜਦੋਂ ਸਾਧ ਸੰਗਤ ਜੀ ਮਣੀ 'ਤੇ ਨਵੀਂ ਪ੍ਰਗਟ ਹੋਈ ਨਾ, ਬੂੰਦਾਂ ਪ੍ਰਗਟ ਹੋਈਆਂ, ਉਹ ਸਾਧ ਸੰਗਤ ਜੀ ਅੰਮ੍ਰਿਤ ਨੂੰ, ਬੂੰਦਾਂ ਨੂੰ ਸੱਪ ਚੱਖਦਾ ਜੀਭ ਦੇ ਨਾਲ। ਤੇ ਜਦੋਂ ਚੱਖਦਾ ਨਾ, ਜਿਹੜੀ ਅੰਦਰ ਜ਼ਹਿਰ ਭਰੀ ਹੋਈ ਹੈ, ਉਹਦੇ ਅੰਦਰ, ਸੱਪ ਦੇ ਅੰਦਰ, ਉਹਦੇ ਤੋਂ ਰਾਹਤ ਮਿਲਦੀ ਹੈ, ਉਹਦੇ ਤੋਂ ਸਕੂਨ ਸਾਧ ਸੰਗਤ ਜੀ ਪ੍ਰਾਪਤ ਹੁੰਦਾ ਹੈ। ਜ਼ਹਿਰ ਉਹਦੀ ਚੜੀ ਜਾਂਦੀ ਹੈ, ਜ਼ਹਿਰ ਬਾਹਰ ਨਿਕਲ ਜਾਂਦੀ ਹੈ। ਦੇਖੋ ਸਾਧ ਸੰਗਤ ਜੀ, ਇਸੇ ਪ੍ਰਕਾਰ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਨੇ, ਸਤਿਗੁਰੂ ਹੈ ਨਾ, ਇਹ ਵੀ ਮਣੀ ਦੀ ਨਿਆਈ ਹੈ। ਸਾਧ ਸੰਗਤ ਜੀ, ਇਹਦੇ ਵਿੱਚੋਂ ਅੰਮ੍ਰਿਤ ਨਾਮ ਪ੍ਰਗਟ ਹੁੰਦਾ ਹੈ, ਉਹ ਬੂੰਦ ਪ੍ਰਗਟ ਹੁੰਦੀ ਹੈ। ਜੇ ਅਸੀਂ ਸਤਸੰਗ ਦੇ ਵਿੱਚ ਆ ਕੇ ਚੱਖ ਲਈ, ਜਿਵੇਂ ਕਬੀਰ ਜੀ ਕਹਿੰਦੇ, ਸੋਮਵਾਰ ਸਸ ਅੰਮ੍ਰਿਤ ਝਰੈ, ਚਾਖਤ ਵੇਖ ਸਗਲ ਬਿਖ ਹਰੈ, ਉਹਦੀ ਜ਼ਹਿਰ ਚਲੀ ਜਾਊਗੀ। ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਜ਼ਹਿਰ ਚਲੀ ਜਾਵੇਗੀ ਜੇ ਸਤਸੰਗ ਦੇ ਵਿੱਚ ਆ ਕੇ। ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ, ਭਾਈ ਵਾਹਿਗੁਰੂ ਦੇ ਨਾਮ ਰੂਪੀ ਬੂੰਦ ਨੂੰ, ਸੋਭਨੀਕ ਬੂੰਦ ਨੂੰ ਚੱਖ ਲਿਆ। ਆ ਬੂੰਦ ਡਿੱਗ ਰਹੀ ਹੈ ਕਥਾ ਦੇ ਦੁਆਰਾ, ਕੀਰਤਨ ਦੇ ਦੁਆਰਾ, ਗੁਰਬਾਣੀ ਦੇ ਦੁਆਰਾ, ਤਾਂ ਜਿਹਨੇ ਮਨ ਕਰਕੇ ਚੱਖ ਲਈ ਨਾ, ਸੱਚੇ ਪਾਤਸ਼ਾਹ ਦੱਸਦੇ ਨੇ ਭਾਈ, ਉਹ ਵੀ ਸੋਭਨੀਕ ਹੋ ਗਏ। ਉਹਨਾਂ ਦੀ ਵਿਕਾਰਾਂ ਦੀ ਜ਼ਹਿਰ ਚਲੀ ਗਈ, ਜਿਵੇਂ ਸੱਪ ਦੀ ਜ਼ਹਿਰ ਚਲੀ ਗਈ ਮਣੀ ਨੂੰ ਚੱਖਣ ਦੇ ਨਾਲ। ਮਹਾਰਾਜ ਕਹਿੰਦੇ ਇਸੇ ਪ੍ਰਕਾਰ ਵਿਸ਼ੇ ਵਿਕਾਰਾਂ ਦੀ ਜ਼ਹਿਰ ਉਹਦੇ ਅੰਦਰੋਂ ਚਲੀ ਜਾਂਦੀ ਹੈ। ਸੱਚੇ ਪਾਤਸ਼ਾਹ ਇਉਂ ਦੱਸਦੇ ਹਨ, ਹਰ ਅੰਮ੍ਰਿਤ ਬੂੰਦ ਸੁਹਾਵਣੀ, ਵਾਹਿਗੁਰੂ ਦੀ ਅੰਮ੍ਰਿਤ ਰੂਪੀ ਜਿਹੜੀ ਬੂੰਦ ਹੈ, ਬੜੀ ਸੋਭਨੀਕ ਹੈ ਭਾਈ। ਮਿਲ ਸਾਧੂ ਪੀਵਣ ਹਾਰ, ਸਾਧੂ ਸਤਪੁਰਖਾਂ ਦੇ ਨਾਲ ਮਿਲ ਕੇ ਪੀਣਾ ਕਰ। ਜਿਨ੍ਹਾਂ ਨੇ ਆਪ ਪੀਤਾ ਨਾ ਅੰਮ੍ਰਿਤ, ਜਿਨ੍ਹਾਂ ਨੇ ਆਪ ਨਾਮ ਵਿੱਚੋਂ ਰਸ ਚੱਖਿਆ ਹੈ, ਉਹਨਾਂ ਦੇ ਪਾਸ ਜਾ ਕੇ ਸਾਧ ਸੰਗਤ ਜੀ, ਸਾਧੂ ਦੀ ਬੜੀ ਵੱਡੀ, ਬ੍ਰਹਮ ਗਿਆਨੀ ਕਾ ਵੱਡ ਪ੍ਰਤਾਪ, ਬਹੁਤ ਵੱਡਾ ਪ੍ਰਤਾਪ ਹੈ ਸਾਧੂ ਮਹਾਤਮ ਸਤਪੁਰਖ ਦਾ। ਸਤਿਗੁਰੂ ਜੀ ਆਪਣੇ ਮੁਖਾਰ ਬਿੰਦ ਤੋਂ ਵਚਨ ਕਰ ਰਹੇ ਨੇ। ਸੰਤ ਦੇ ਪਾਸ ਜਾ ਕੇ ਮਹਾਰਾਜ ਕਹਿੰਦੇ, ਅੰਮ੍ਰਿਤ ਨਾਮ ਨੂੰ ਪੀਣਾ ਕਰੋ, ਕਿਉਂਕਿ ਆਪ ਉਹਨਾਂ ਨੇ ਪੀਤਾ ਹੈ। ਆਪ ਉਹਨਾਂ ਨੇ ਅੰਮ੍ਰਿਤ ਅੰਤਰ ਕੂਆਟ ਅੰਮ੍ਰਿਤ ਭਰਿਆ, ਸ਼ਬਦੇ ਕਾੜ ਪੀਏ ਪਨਹਾਰੀ। ਅੰਦਰ ਜੋ ਸਾਧ ਸੰਗਤ ਜੀ ਅੰਮ੍ਰਿਤ ਦਾ ਖੂਹ ਹੈ ਸਰੀਰ ਅੰਦਰ, ਉਹਨਾਂ ਨੇ ਉਸ ਖੂਹ ਵਿੱਚੋਂ ਅੰਮ੍ਰਿਤ ਨੂੰ ਕੱਢਿਆ ਹੈ, ਅੰਮ੍ਰਿਤ ਨੂੰ ਚੱਖਿਆ ਹੈ। ਤਾਂ ਮਹਾਰਾਜ ਕਹਿੰਦੇ ਉਹਨਾਂ ਦੇ ਪਾਸ ਜਾ ਕੇ, ਸਾਧੂ ਸਤਪੁਰਖਾਂ ਮਹਾਤਮਾ ਸੰਤਾਂ ਦੇ ਕੋਲ ਜਾ ਕੇ ਵਾਹਿਗੁਰੂ ਦਾ ਨਾਮ ਰੂਪੀ ਅੰਮ੍ਰਿਤ ਨੂੰ ਪੀਣਾ ਕਰੋ। ਬੜੀ ਸੋਭਨੀਕ ਬੂੰਦ ਹੈ ਅੰਮ੍ਰਿਤ ਦੀ। ਸਾਧ ਸੰਗਤ ਜੀ, ਸੰਤਾਂ ਕੋਲ ਜਾ ਕੇ ਜੋ ਜੋ ਸੰਤ ਬਚਨ ਕਰਦੇ ਆ, ਜੁਗਤੀਆਂ ਦੱਸਦੇ ਆ, ਉਹ ਜੁਗਤੀ ਨੂੰ ਕਮਾਉਣਾ ਹੁੰਦਾ ਹੈ।
ਇਹ ਨਹੀਂ ਕਿ ਜੁਗਤੀ ਸੁਣ ਲਈ ਛੱਡ ਕੇ ਉੱਥੇ ਹੀ ਆ ਗਏ। ਸਾਧ ਸੰਗਤ ਜੀ, ਗੁਰਮੁਖ ਪਿਆਰੇ ਮਹਾਤਮਾ ਸੰਤ ਜਨ, ਜੁਗਤੀਆਂ ਦੇ ਭੰਡਾਰ ਨੇ ਉਹਨਾਂ ਦੇ ਪਾਸ ਕਿ ਇਹ ਪੁਰਖ ਕਿਵੇਂ ਪਾਰ ਹੋ ਸਕਦਾ ਹੈ। ਜਿਵੇਂ ਅਜਾਮਲ ਨੂੰ ਆਖਿਆ ਸੀ ਨਾ, ਆਪਣੇ ਪੁੱਤ ਦਾ ਨਾਮ ਨਾਰਾਇਣ ਰੱਖ ਦੇ, ਤੇ ਸਾਧ ਸੰਗਤ ਜੀ ਮਹਾਤਮਾ ਨੂੰ ਪਤਾ ਸੀ ਇਹਨੇ ਉਦਾਂ ਤੇ ਵਾਹਿਗੁਰੂ ਦਾ ਨਾਮ ਜਪਣਾ ਨਹੀਂ, ਆਪਣੇ ਛੋਟੇ ਪੁੱਤਰ ਦੇ ਬਹਾਨੇ ਨਾਰਾਇਣ ਕਹੇਗਾ, ਨਾਰਾਇਣ ਕਹੇਗਾ, ਨਾਰਾਇਣ ਕਹੇਗਾ। ਤੇ ਸਾਧ ਸੰਗਤ ਜੀ ਵੇਖ ਲਓ, ਫਿਰ ਜੁਗਤੀ ਮੰਨੀ ਨਾ ਅਜਾਮਲ ਨੇ। ਅੰਤਕਾਲ ਨਾਰਾਇਣ ਸੁਧ ਆਈ, ਅਜਾਮਲ ਕੋ ਅੰਤਕਾਲ ਮੈਂ ਨਾਰਾਇਣ ਸੁਧ ਆਈ। ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਅੰਤ ਦਾ ਵੇਲਾ ਆਇਆ, ਨਾਰਾਇਣ ਚੇਤੇ ਆਇਆ, ਸੱਚਖੰਡ ਚਲਿਆ ਗਿਆ। ਇਸੇ ਕਰਕੇ ਮਹਾਤਮਾ ਸੰਤਾਂ ਦੀਆਂ ਜੁਗਤੀਆਂ ਨੂੰ ਧਾਰਨ ਕਰਕੇ ਰੱਖਣਾ ਚਾਹੀਦਾ। ਉਹ ਅੰਮ੍ਰਿਤ ਬੂੰਦ ਨੂੰ ਤੂੰ ਪੀ ਮਹਾਰਾਜ ਕਹਿੰਦੇ। ਇਹ ਵਿਸ਼ੇ ਵਿਕਾਰਾਂ ਦੀ ਜਿਹੜੀ ਜ਼ਹਿਰ ਹੈ ਚਲੀ ਜਾਏਗੀ, ਅਮਰ ਕਰ ਦੇਵੇਗੀ ਬੂੰਦ। ਐਸਾ ਅੰਮ੍ਰਿਤੇਸ਼ ਅਕਾਲ ਪੁਰਖ ਵਾਹਿਗੁਰੂ ਦਾ ਨਾਮ ਅੰਮ੍ਰਿਤ ਹੈ, ਅਮਰ ਕਰ ਦੇਵੇਗਾ, 84 ਲੱਖ ਜੂਨ ਤੋਂ ਬਚਾ ਕੇ ਰੱਖੇਗਾ। ਵਣ ਤੈਣ ਪ੍ਰਭ ਸੰਗ ਮੋਲਿਆ। ਮਹਾਰਾਜ ਕਹਿੰਦੇ ਬਾਹਰੀ ਵਰਖਾ ਪੈਣੇ ਕਰਕੇ ਜਿਹੜੇ ਦਰਖਤ ਸੀ, ਤ੍ਰਿਣ ਘਾਹ ਸੀ, ਮੌਲੇ ਗਏ, ਪ੍ਰਫੁੱਲਤ ਹੋ ਗਏ। ਇਸੇ ਪ੍ਰਕਾਰ ਸਾਧ ਸੰਗਤ ਜੀ, ਸੰਤ ਜਨਾਂ ਦਾ, ਗੁਰਮੁਖਾਂ ਦਾ ਜਿਹੜਾ ਸਰੀਰ ਹੈ ਇਹ ਵਣ ਦੀ ਨਿਆਈ ਹੈ। ਸਾਧ ਸੰਗਤ ਜੀ, ਜਿਹੜੇ ਤਿੰਨ ਨੇ ਇੰਦਰੀਆਂ ਨੇ ਸਾਧ ਸੰਗਤ ਜੀ, ਤ੍ਰਿਣ ਦੀ ਨਿਆਈ ਹੈ, ਘਾਹ ਦੀ ਨਿਆਈ ਹੈ। ਸੱਚੇ ਪਾਤਸ਼ਾਹ ਕਹਿੰਦੇ ਨੇ, ਜਿਸ ਵੇਲੇ ਵਾਹਿਗੁਰੂ ਦੀ ਅੰਮ੍ਰਿਤ ਰੂਪੀ ਬੂੰਦ, ਅੰਮ੍ਰਿਤ ਰੂਪੀ ਵਰਖਾ ਮਨੁੱਖ ਦੇ ਮਨ ਤੇ ਪਈ, ਸਰੀਰ ਤੇ ਪਈ, ਜਿਸ ਪ੍ਰਕਾਰ ਬਾਹਰੀ ਤੌਰ ਤੇ ਬਨਸਪਤੀ ਪ੍ਰਫੁੱਲਤ ਹੁੰਦੀ ਹੈ, ਹਰੀ ਭਰੀ ਹੋ ਜਾਂਦੀ ਹੈ, ਮਹਾਰਾਜ ਕਹਿੰਦੇ ਉਹਨਾਂ ਦੇ ਮਨ ਵੀ, ਸੱਚੇ ਪਾਤਸ਼ਾਹ ਕਹਿੰਦੇ ਹਰੇ ਭਰੇ ਹੋ ਗਏ। ਉਹਨਾਂ ਦਾ ਮਨ ਤਨ ਮਹਾਰਾਜ ਕਹਿੰਦੇ ਪ੍ਰਫੁੱਲਤ ਹੋ ਗਿਆ, ਪ੍ਰਭੂ ਦੇ ਸੰਗ, ਪ੍ਰਭੂ ਦੇ ਨਾਲ ਮਹਾਰਾਜ ਕਹਿੰਦੇ ਹਰਿਆ ਭਰਿਆ ਹੋ ਗਿਆ, ਵਾਹਿਗੁਰੂ ਵਰਗੇ ਹੀ ਹੋ ਗਏ। ਸਮਰਥ ਪੁਰਖ ਅਪਾਰ। ਸੱਚੇ ਪਾਤਸ਼ਾਹ ਕਹਿੰਦੇ ਪਾਰਾਵਾਰ ਤੋਂ ਰਹਿਤ ਜਿਹੜਾ ਵਾਹਿਗੁਰੂ ਹੈ, ਸਰਬ ਕਲਾ ਸਮਰੱਥ ਹੈ, ਪੁਰਖ ਹੈ, ਮਰਦ ਹੈ, ਪ੍ਰਸ਼ਾਰਤ ਹੈ, ਤੇ ਪੂ ਨਾਮੇ ਨਰਕ ਤੋਂ ਰੱਖਣ ਵਾਲਾ ਹੈ। ਐਸੇ ਵਾਹਿਗੁਰੂ ਦੀ ਅੰਮ੍ਰਿਤ ਬੂੰਦ ਨੂੰ ਲੈਣਾ ਕਰ, ਤੂੰ ਵੀ ਪ੍ਰਫੁੱਲਤ ਹੋ ਜਾਵੇਗਾ। ਹੁਣ ਸੁੱਕਿਆ ਹੋਇਆ, ਹੁਣ ਤੇਰਾ ਸੁਭਾਅ ਚਿੜਚਿੜਾ ਹੈ, ਗੁੱਸੇਖੋਰ ਸੁਭਾਅ ਹੈ, ਮਹਾਰਾਜ ਕਹਿੰਦੇ ਸ਼ੁੱਧ ਸੁਭਾਅ ਹੋ ਜਾਵੇਗਾ, ਸ਼ਾਂਤੀ ਵਾਲਾ ਸੁਭਾਅ ਹੋ ਜਾਏਗਾ। ਸਤਿਗੁਰੂ ਕਹਿੰਦੇ ਵਾਹਿਗੁਰੂ ਵਰਗਾ ਹੀ ਹੋ ਜਾਵੇਗਾ। ਐਸਾ ਸਮਰੱਥ ਵਾਹਿਗੁਰੂ ਪਰਮੇਸ਼ਰ, ਉਹਦੇ ਨਾਮ ਨੂੰ ਕਹਿਣਾ ਕਰ। ਹਰ ਮਿਲਣ ਨੌ ਮਨ ਲੋਚਦਾ। ਜਿਨ੍ਹਾਂ ਦਾ ਭਾਈ ਵਾਹਿਗੁਰੂ ਦੇ ਪਰਮੇਸ਼ਰ ਨੂੰ ਮਿਲਣ ਦਾ ਮਨ ਲੋਚਦਾ, ਮਨ ਚਾਹੁੰਦਾ ਹੈ, ਕਿਵੇਂ ਮਿਲਿਆ ਜਾਏ ਦੱਸਦੇ ਹਨ। ਕਰਮ ਮਿਲਾਵਣ ਹਾਰ। ਹਾਂ, ਇੱਕ ਕੰਮ ਕਰ ਲੋ, ਮਹਾਰਾਜ ਕਹਿੰਦੇ ਕਿਹੜਾ? ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਹੇ। ਵਾਹਿਗੁਰੂ ਨੂੰ ਆਵਾਜ਼ਾਂ ਮਾਰਨੀਆਂ ਸ਼ੁਰੂ ਕਰੋ, ਭਾਵ ਉਹਨੂੰ ਬੁਲਾਓ, ਉਹਦੇ ਨਾਮ ਨੂੰ ਕਹਿਣਾ ਕਰੋ, ਸੱਚੇ ਪਾਤਸ਼ਾਹ ਦੇ ਨਾਮ ਦੀ ਭਗਤੀ ਕਰਨੀ ਕਰੋ। ਸਤਿਗੁਰੂ ਜੀ ਦੱਸਦੇ ਨੇ, ਚਹੁ ਜੁਗਾਂ ਕਾ ਹੁਣ ਹੋਏ ਨਬੇੜਾ, ਨਰ ਮਨੁੱਖਾਂ ਨੂੰ ਏਕ ਨਿਧਾਨਾ। ਸੱਚੇ ਪਾਤਸ਼ਾਹ ਕਹਿੰਦੇ ਜਤ ਸਤ ਸੰਜਮ ਉਹਨਾਂ ਜੁਗਾਂ ਦਾ ਧਰਮ ਹੈ, ਕਲ ਮੈਂ ਕੀਰਤ ਹਰ ਨਾਮਾ। ਭਾਈ ਜਤ ਕਰਨੇ, ਸਤ ਰੱਖਣਾ, ਸੰਜਮ ਰੱਖਣੇ, ਜਗ ਕਰਨੇ, ਦਾਨ ਪੁੰਨ ਕਰਨਾ, ਸਤਿਗੁਰੂ ਕਹਿੰਦੇ ਪਿਛਲਿਆਂ ਯੁੱਗਾਂ ਦਾ ਧਰਮ ਹੈ, ਪਿਛਲਿਆਂ ਯੁੱਗਾਂ ਦੀ ਮਰਿਆਦਾ ਆ। ਹੁਣ ਕਲਯੁਗ ਹੈ, ਕਲਯੁਗ ਵਿੱਚ ਕੀ ਹੈ ਪ੍ਰਧਾਨ? ਕਲ ਮੈਂ ਕੀਰਤ ਹਰ ਨਾਮਾ। ਭਾਈ ਕਲਯੁਗ ਵਿੱਚ ਵਾਹਿਗੁਰੂ ਦੇ ਨਾਮ ਦੀ ਕੀਰਤੀ ਵੀ ਪ੍ਰਧਾਨ ਹੈ। ਇਸੇ ਪ੍ਰਕਾਰ ਇਹ ਕਰਮ ਕਰਨਾ ਕਰੋ, ਵਾਹਿਗੁਰੂ ਜੀ ਦੀ ਭਗਤੀ ਕਰਨੀ ਕਰੋ। ਸਤਿਗੁਰੂ ਜੀ ਕਹਿੰਦੇ ਨਾਮ ਨੂੰ ਕਹਿਣਾ ਕਰੋ, ਉਸ ਵਾਹਿਗੁਰੂ ਦੇ ਭਾਣੇ ਵਿੱਚ ਰਹਿਣਾ ਕਰੋ, ਤਾਂ ਮਹਾਰਾਜ ਕਹਿੰਦੇ ਮਿਲ ਜਾਓਗੇ ਪਰਮੇਸ਼ਰ ਨੂੰ। ਜਿਨੀ ਸਖੀਏ ਪ੍ਰਭ ਪਾਇਆ। ਜਿਨ੍ਹਾਂ ਮਹਾਤਮਾ ਰੂਪੀ ਸਖੀਆਂ ਨੇ ਪ੍ਰਭੂ ਦੀ ਪ੍ਰਾਪਤੀ ਕਰ ਲਈ, ਪ੍ਰਭੂ ਦੀ ਪ੍ਰਾਪਤੀ ਹੋ ਗਈ, ਸਾਖਸ਼ਾਤ ਵਾਹਿਗੁਰੂ ਨੂੰ ਪਾ ਲਿਆ। ਹਉ ਤੈਨ ਕੈ ਸਾਧ ਬਲਹਾਰ। ਸਾਧ ਸੰਗਤ ਜੀ, ਤਿੰਨ ਤਰ੍ਹਾਂ ਦੀਆਂ ਸਖੀਆਂ ਦਸੀਆਂ ਨੇ ਗੁਰਬਾਣੀ ਵਿੱਚ। ਇੱਕ ਹੈ ਸਾਧ ਸੰਗਤ ਜੀ ਕਨਿਸ਼ਟ, ਜਿਹੜੇ ਹਜੇ ਕਰਮ ਕਰ ਰਹੇ ਹੈ, ਹਜੇ ਪਰਪੱਕ ਨਹੀਂ ਕਰਮ ਹੋਏ ਆ, ਕਰ ਰਹੇ ਹੈ। ਇੱਕ ਹੈ ਮੱਧਮ, ਜਿਨ੍ਹਾਂ ਨੇ ਅੰਮ੍ਰਿਤ ਵੇਲੇ ਉੱਠਣ ਦਾ, ਭਗਤੀ ਕਰਨ ਦਾ, ਸਤਿਗੁਰੂ ਦੀ ਮਰਿਆਦਾ ਨੂੰ ਦ੍ਰਿੜ ਕਰ ਲਿਆ, ਕਰ ਰਹੇ ਨੇ ਕਰਮ, ਹਜੇ ਉਹ ਮੰਜ਼ਲ ਤੇ ਤੁਰ ਰਹੇ ਨੇ, ਉਹਨਾਂ ਨੂੰ ਮੱਧਮ ਸਖੀ ਆਖਿਆ। ਤੇ ਤੀਜੀ ਸਖੀ ਹੈ, ਮਹਾਂਪੁਰਖ ਦੱਸਦੇ ਹੁੰਦੇ ਸੀ ਉੱਤਮ ਸਖੀ। ਉੱਤਮ ਸਖੀ ਉਹ ਹੈ ਕਿ
ਜਿਨ੍ਹਾਂ ਬਾਰੇ ਹੁਣ ਮਹਾਰਾਜ ਜੀ ਦੱਸ ਰਹੇ ਆ ਸੁਆਮੀ ਜੀ, ਜਿਨੀ ਸਖੀਏ ਪ੍ਰਭ ਪਾਇਆ, ਜਿਨ੍ਹਾਂ ਨੇ ਪ੍ਰਭੂ ਨੂੰ ਪਾ ਲਿਆ। ਇੱਕ ਤੇ ਕਨਿਸ਼ਟ ਸਖੀ ਹੈ, ਹਜੇ ਸਤਸੰਗ ਦੇ ਵਿੱਚ ਆ ਹੀ ਰਹੇ ਹੈ, ਗਿਆਨ ਲੈ ਰਹੇ ਨੇ, ਤੁਰ ਰਹੇ ਨੇ ਹਜੇ ਸਾਧ ਸੰਗਤ ਜੀ, ਅੰਮ੍ਰਿਤ ਵੀ ਛਕਣਾ ਆ, ਹਜੇ ਉਹ ਭਗਤੀ ਵੀ ਦ੍ਰਿੜ ਕਰਨੀ ਹੈ, ਮਰਿਆਦਾ ਵੀ ਪ੍ਰਪੱਕ ਰੱਖਣੀ ਹੈ, ਉਹ ਕਨਿਸ਼ਟ ਸਖੀ ਹੈ। ਤੇ ਮੱਧਮ ਸਖੀ ਹੈ, ਜਿਨ੍ਹਾਂ ਨੇ ਕਰ ਲਿਆ, ਗਿਆਨ ਵੀ ਹੋ ਗਿਆ, ਨਾਮ ਵੀ ਪ੍ਰਪੱਕ ਹੋ ਗਿਆ, ਬਸ ਉਹਦੀ ਘੋਰ ਤਪੱਸਿਆ ਕਰ ਰਹੇ ਨੇ ਹਜੇ, ਉਹਨੂੰ ਮੱਧਮ ਸਖੀ ਆਖਿਆ। ਤੇ ਤੀਜੀ ਸਖੀ ਹੈ ਉੱਤਮ ਸਖੀ, ਜਿਨੀ ਸਖੀਏ ਪ੍ਰਭ ਪਾਇਆ। ਉਹਨਾਂ ਬਾਰੇ ਫਿਰ ਸੁਆਮੀ ਜੀ ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੱਸਦੇ ਹਨ, ਤੈਨ ਕੈ ਸਾਧ ਬਲਹਾਰ। ਹਾਂ, ਉਹਨਾਂ ਤੋਂ ਮੈਂ ਬਲਹਾਰ ਜਾਣਾ। ਗੁਰ ਅਰਜਨ ਪ੍ਰਤੱਖ ਹਰ, ਗੁਰੂ ਅਰਜਨ ਸਾਹਿਬ ਆਪ ਕਾਲ ਪੁਰਖ ਪਰਮੇਸ਼ਰ ਹੈ। ਉਹ ਗੁਰੂ ਅਰਜਨ ਸਾਹਿਬ ਕਹਿੰਦੇ ਮੈਂ ਬਲਹਾਰੇ ਜਾਣਾ, ਜਿਨ੍ਹਾਂ ਨੇ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੂੰ ਨਿਰੰਕਾਰ ਦੀ ਪ੍ਰਾਪਤੀ ਹੋ ਗਈ ਭਾਈ, ਮੈਂ ਬਲਹਾਰੇ ਜਾਣਾ। ਮਨ ਕਰਕੇ ਤਨ ਕਰਕੇ ਸੱਚੇ ਪਾਤਸ਼ਾਹ ਤਾਂ ਆਖਿਆ ਗੁਰੂ ਗੋਬਿੰਦ ਸਿੰਘ ਸਾਹਿਬ ਨੇ, ਉਹ ਸਾਹਿਬ ਮੈਂ ਉਸ ਕਾ ਚੇਰਾ, ਮੈਂ ਚੇਲਾ ਉਹਦਾ ਮਹਾਰਾਜ ਕਹਿੰਦੇ, ਉਹ ਮੇਰਾ ਮਾਲਕ ਹੈ। ਸੱਚੇ ਪਾਤਸ਼ਾਹ ਕਹਿੰਦੇ ਇਹ ਉੱਤਮ ਸਖੀ ਦੀ ਗੱਲ ਹੈ। ਸਾਧ ਸੰਗਤ ਜੀ, ਜਿਹੜੇ ਜਿਉਂਦੇ ਹੀ ਵਾਹਿਗੁਰੂ ਦੀ ਪ੍ਰਾਪਤੀ ਕਰ ਲਈ, ਜਿਨ੍ਹਾਂ ਨੇ ਜਿਉਂਦਿਆਂ ਹੀ ਵਾਹਿਗੁਰੂ ਨੂੰ ਪਾ ਲਿਆ, ਬਸ ਹੁਣ ਜਦੋਂ ਮਰਜ਼ੀ ਦੁਨੀਆ ਤੋਂ ਚਲੇ ਜਾਣ, ਉਹਨਾਂ ਦੀ ਬਾਬਤ ਮਹਾਰਾਜ ਦੱਸਦੇ ਹੈ, ਮੈਂ ਬਲਹਾਰੇ ਜਾਣਾ। ਨਾਨਕ ਹਰਿ ਜੀ ਮਾਇਆ ਕਰ। ਹਾਂ, ਅਰਦਾਸ ਬੇਨਤੀ ਕਰਨੀ ਸਿਖਾਉਂਦੇ ਹੈ ਮਹਾਰਾਜ ਪੰਜਵੇਂ ਪਾਤਸ਼ਾਹ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਭਾਈ ਇਉਂ ਅਰਦਾਸ ਕਰਿਆ ਕਰੋ, ਹੇ ਵਾਹਿਗੁਰੂ ਮੇਰੇ ਤੇ ਮਾਇਆ ਕਰ, ਕਿਰਪਾ ਕਰ। ਮਾਇਆ ਨਾਮ ਹੈ ਕਿਰਪਾ ਦਾ। ਸੱਚੇ ਪਾਤਸ਼ਾਹ ਜੀ ਦਇਆ ਕਰੋ, ਕਿਰਪਾ ਕਰੋ ਆਪ ਜੀ। ਧੰਨ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਦੱਸਦੇ ਹੈ ਕਿ ਮਹਾਰਾਜ ਜੀ ਮੈਂ ਦੁਨੀਆ 'ਤੇ ਆ ਗਿਆ, ਤੁਹਾਨੂੰ ਭੁੱਲ ਗਏ ਹਾਂ, ਗਿਆਨ ਨਾ ਹੋਣੇ ਕਰਕੇ ਤੇਰੇ ਤੋਂ ਵਿਛੜ ਗਏ ਹਾਂ। ਸੱਚੇ ਪਾਤਸ਼ਾਹ ਜੀ ਸੋ ਇਸੇ ਪ੍ਰਕਾਰ ਕਿਰਪਾ ਕਰੋ ਮੇਰੇ 'ਤੇ, ਜਿਵੇਂ ਭਗਤ ਭਾਈ ਧੰਨਾ ਜੀ ਨੇ ਆਖਿਆ ਸੀ ਨਾ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ, ਮਹਾਰਾਜ ਜੀ ਤੁਸੀਂ ਰੋਜ਼ ਹੀ ਕਹਿੰਦੇ ਹੋ ਗੁਰਮੁਖ ਰੋਮ ਰੋਮ ਹਰ ਧਿਆਵੇ, ਫਿਰ ਕਿਰਪਾ ਤੇ ਕਰ। ਭਾਈ ਧੰਨਾ ਸਿੰਘ ਕਹਿੰਦੇ ਕਲਗੀਧਰ ਸੁਆਮੀ ਨੂੰ, ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੂੰ, ਕਿਤੇ ਕਥਾ ਕਰ ਰਹੇ ਸੀ ਗੁਰੂ ਸਾਹਿਬ, ਗੁਰਮੁਖ ਰੋਮ ਰੋਮ ਹਰ ਧਿਆਵੇ। ਇਹਦੇ ਮਨ ਵਿੱਚ ਗੱਲ ਆ ਗਈ ਤੇ ਦੂਜੇ ਦਿਨ ਜਾ ਕੇ ਸਵਾਲ ਕਰਤਾ ਭਾਈ ਧੰਨੇ ਨੇ। ਭਾਈ ਧੰਨਾ ਜੀ ਕਹਿੰਦੇ ਸੱਚੇ ਪਾਤਸ਼ਾਹ ਆਪ ਜੀ ਨੇ ਆਖਿਆ ਕਿ ਜਿਹੜਾ ਗੁਰਮੁਖ ਹੈ ਰੋਮ ਰੋਮ ਤੇ ਆਉਂਦਾ, ਤੇ ਮੈਨੂੰ ਤੇ ਤਾਂ ਹੀ ਪਤਾ ਲੱਗੂਗਾ ਨਾ ਜੇ ਮੇਰੇ 'ਤੇ ਕਿਰਪਾ ਹੋਏਗੀ, ਤੇ ਫਿਰ ਕਿਰਪਾ ਕਰ ਮੇਰੇ 'ਤੇ। ਦੇਖੋ ਸਾਧ ਸੰਗਤ ਜੀ ਭਾਈ ਧੰਨਿਆਂ ਦਾ ਬਚਨ, ਮਹਾਰਾਜ ਕਹਿੰਦੇ ਠੀਕ ਹੈ। ਸਿਰ 'ਤੇ ਹੱਥ ਰੱਖ ਦਿੱਤਾ ਮਹਾਰਾਜ ਨੇ, ਸਮਰੱਥ ਗੁਰੂ ਸਿਰ ਹੱਥ ਧਰਿਓ, ਗੁਰ ਕੀਨੀ ਕਿਰਪਾ ਹਰ ਨਾਮ ਦਿਓ। ਉਹ ਨਾਮ ਦੇ ਦਿੱਤਾ ਜਿਹੜਾ ਨਾਮ ਰੋਮ ਰੋਮ ਵਿੱਚ ਚੱਲਦਾ ਹੈ, ਨਾਨਕ ਹਰਿ ਜੀ ਮਾਇਆ ਕਰ। ਹਾਂ, ਅਰਦਾਸ ਕਰਨੀ ਸਿਖਾਉਂਦੇ ਐ ਸੱਚੇ ਪਾਤਸ਼ਾਹ, ਕਿਰਪਾ ਕਰੋ ਮੇਰੇ 'ਤੇ। ਧੰਨ ਗੁਰੂ ਅਰਜਨ ਸਾਹਿਬ ਦੱਸਦੇ ਹਨ, ਸ਼ਬਦ ਸਵਾਰਣ ਹਾਂ ਕਿਹੜੀ ਕਿਰਪਾ ਮਹਾਰਾਜ ਕਰ, ਦੱਸਦੇ ਆ ਫਿਰ ਸ਼ਬਦ ਸ਼ਬਦ ਸਵਾਰਨ ਹਾਰ। ਮਹਾਰਾਜ ਜਿਹੜਾ ਤੁਹਾਡਾ ਸ਼ਬਦ ਹੈ, ਭਾਵ ਨਾਮ ਹੈ, ਤੁਹਾਡਾ ਉਪਦੇਸ਼ ਹੈ, ਤੁਹਾਡੀ ਬਾਣੀ ਹੈ, ਇਹ ਮੈਨੂੰ ਦੇ ਦੇ, ਮੇਰਾ ਜੀਵਨ ਸਵਰ ਜਾਏ, ਮੇਰਾ ਪ੍ਰਲੋਕ ਸਵਰ ਜਾਏ। ਸੱਚੇ ਪਾਤਸ਼ਾਹ ਇਹ ਮੇਰੇ 'ਤੇ ਕਿਰਪਾ ਕਰ, ਮੈਨੂੰ ਸ਼ਬਦ ਦੇਣਾ ਕਰ, ਮੇਰੇ ਜ਼ਿੰਦਗੀ ਸਵਰ ਜਾਏ। ਸਾਵਣਾ ਦਿਨਾ ਸੁਹਾਗਣ, ਹਾਂ ਮੇਰਾ ਮਨ ਵੀ ਸਵਰ ਜਾਏ, ਕਿਉਂਕਿ ਮਨ ਵਿੱਚ ਵਿਕਾਰ ਹੈ, ਮਨ ਵਿੱਚ ਗੰਦਗੀ ਭਰੀ ਹੈ, ਮਨ ਮੈਲਾ ਤਾਂ ਸਭ ਕੁਛ ਮੈਲਾ, ਤਨ ਧੋਤੇ ਮਨ ਹੱਛਾ ਨਾ ਹੋਏ। ਇਸ ਕਰਕੇ ਮਹਾਰਾਜ ਸ਼ਬਦ ਦੇਣਾ ਕਰ, ਮੇਰਾ ਮਨ ਵੀ ਸਵਰ ਜਾਏ, ਕਿਉਂਕਿ ਤਨ ਖਾਕ ਹੈ, ਤਨ ਸ਼ਮਸ਼ਾਨ ਭੂਮਾ ਵਿੱਚ ਮਿੱਟੀ ਹੋ ਜਾਣਾ ਆ, ਤਨ ਸੁਆਹ ਹੋ ਜਾਵੇਗਾ, ਮਨ ਨੇ ਤੇਰੇ ਪਾਸ ਜਾਣਾ ਤੋਂ ਇਹ ਕਿਰਪਾ ਕਰ ਮਹਾਰਾਜ ਮੈਨੂੰ ਸ਼ਬਦ ਦੇ, ਐਸਾ ਸ਼ਬਦ ਦੇ ਮੇਰਾ ਮਨ ਸਵਾਰ ਦੇ। ਸਾਵਣ ਤਨਾ ਸੁਹਾਗਣੀ, ਮਹਾਰਾਜ ਸੱਚੇ ਪਾਤਸ਼ਾਹ ਸਤਿਗੁਰੂ ਪੰਜਵੇਂ ਪਾਤਸ਼ਾਹ ਦੱਸਦੇ ਹੈ, ਮਹਾਰਾਜ ਕਹਿੰਦੇ ਉਹ ਸੁਹਾਗਣੀਆਂ ਨੇ ਅਸਲ ਵਿੱਚ ਜੀਵ ਰੂਪੀ ਇਸਤਰੀਆਂ, ਸਾਵਣ ਦੇ ਮਹੀਨੇ ਜਿਨ ਰਾਮ ਨਾਮ ਔਰ ਹਾਰ। ਹਾਂ, ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦੇ ਨਾਮ, ਪਰਮੇਸ਼ਰ ਦਾ ਨਾਮ ਹੈ, ਹਰ ਨਾਮ ਹਿਰਦੈ ਪਰੋਇਆ
ਸਭ ਕਾਜ ਹਮਾਰਾ ਹੋਇਆ। ਸਾਧ ਸੰਗਤ ਜੀ, ਜਿਨ੍ਹਾਂ ਦੇ ਗਲ ਦੇ ਵਿੱਚ ਪਰਮੇਸ਼ਰ ਦਾ ਨਾਮ ਹੈ, ਔਰ ਹਾਰ ਔਰ ਨਾਮ ਹੈ ਹਿਰਦੇ ਦਾ, ਜਿਨ੍ਹਾਂ ਦੇ ਹਿਰਦੇ ਵਿੱਚ ਪਰਮੇਸ਼ਰ ਦੇ ਨਾਮ ਰੂਪੀ ਮਾਲਾ ਆ, ਹਰ ਹਰ ਜਪਤ, ਜਿਵੇਂ ਮਹਾਰਾਜ ਦੱਸਦੇ, ਹਰ ਹਰ ਅੱਖਰ ਦੋਏ ਇਹ ਮਾਲਾ, ਜਪਤ ਜਪਤ ਭਏ ਦੀਨ ਦਇਆਲਾ। ਇਹੀ ਸਾਧ ਸੰਗਤ ਜੀ ਮਹਾਰਾਜ ਦੱਸਦੇ ਨੇ ਕਿ ਹਰੀ ਦਾ ਜੋ ਨਾਮ ਹੈ ਇਹੀ ਮਾਲਾ ਆ ਅਸਲ ਵਿੱਚ, ਇਹਨੂੰ ਹਿਰਦੇ ਵਿੱਚ ਧਾਰਨ ਕਰਕੇ ਰੱਖ। ਸੱਚੇ ਪਾਤਸ਼ਾਹ ਕਹਿੰਦੇ ਜਪਤ ਜਪਤ ਭਏ ਦੀਨ ਦਇਆਲਾ, ਉਹ ਦੀਨ ਦਿਆਲ ਵਾਹਿਗੁਰੂ ਨੂੰ ਜਪ ਤਾਂ ਤੂੰ ਸੁਹਾਗਣੀ ਹੈ, ਤੇਰਾ ਸੁਹਾਗ ਪਰਮੇਸ਼ਰ ਨਿਰੰਕਾਰ ਸਦਾ ਹੀ ਤੇਰੇ ਕੋਲ ਹੈ। ਉਹ ਜੀਵ ਰੂਪੀਆਂ ਸੁਹਾਗਣੀਆਂ ਨੇ। ਤੇ ਦੁਹਾਗਣੀਆਂ ਕਿਹੜੀਆਂ ਨੇ? ਸਾਧ ਸੰਗਤ ਜੀ, ਜਿਨ੍ਹਾਂ ਕੋਲ ਨਾਮ ਨਹੀਂ ਹੈ, ਜਿਨ੍ਹਾਂ ਕੋਲ ਬਾਣੀ ਨਹੀਂ ਹੈ, ਜਿਨ੍ਹਾਂ ਕੋਲ ਕਲਗੀਧਰ ਦੀ ਮਰਿਆਦਾ ਨਹੀਂ ਹੈ, ਉਹ ਦੁਹਾਗਣੀਆਂ ਨੇ ਇਸਤਰੀਆਂ। ਉਹ ਗੁਰੂ ਤੱਕ ਨਹੀਂ ਪਹੁੰਚ ਸਕਦੀਆਂ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੀਆਂ, ਉਹਦੀ ਜੋਤ ਵਾਹਿਗੁਰੂ ਦੀ ਜੋਤ ਵਿੱਚ ਨਹੀਂ ਮਿਲੇਗੀ। ਉਹ ਦੁਹਾਗਣੀ ਹੈ ਹਜੇ, ਜੀਵ ਰੂਪੀ ਇਸਤਰੀ, ਭਾਵ ਉਹ ਜੀਵ। ਇਸੇ ਕਰਕੇ ਵਾਹਿਗੁਰੂ ਦੇ ਨਾਮ ਨੂੰ ਕਹਿਣਾ ਕਰੀਏ। ਸਾਧ ਸੰਗਤ ਜੀ, ਘਰ ਵਿਖੇ ਸਤਿਗੁਰੂ ਦੀ ਬਾਣੀ ਪੜ੍ਹੀਏ, ਫਿਰ ਉਹ ਹਾਰ ਨੂੰ ਆਪਣੇ ਹਿਰਦੇ ਵਿੱਚ ਪਰੋਈਏ। ਹਰ ਨਾਮ ਹਿਰਦੈ ਪਰੋਇਆ, ਸਭ ਕਾਜ ਹਮਾਰਾ ਹੋਇਆ। ਹੁਣ ਗੁਰੂ ਨੂੰ ਕਹਿਣਾ ਨਾ ਕਾਰਜ ਕਰ, ਫਿਰ ਗੁਰੂ ਆਪ ਹੀ ਕਾਰਜ ਕਰੇਗਾ ਜਦੋਂ ਵਾਹਿਗੁਰੂ ਦਾ ਨਾਮ ਤੇਰੇ ਹਿਰਦੇ ਵਿੱਚ ਹੋਵੇਗਾ। ਇਉਂ ਸੱਚੇ ਪਾਤਸ਼ਾਹ ਨੇ ਸਮਝਾਉਣਾ ਕੀਤਾ। ਸਾਵਣ ਦਾ ਮਹੀਨਾ ਭਾਈ ਉਹਨਾਂ ਵਾਸਤੇ ਸੋਭਨੀਕ ਹੈ ਜਿਹੜੇ ਫਿਰ ਵਾਹਿਗੁਰੂ ਦੀ ਭਗਤੀ ਕਰਦੇ ਹੈ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਮਹਾਰਾਜ। ਧੰਨ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ। ਸੋ ਆਪ ਜੀ ਨੇ ਪਿਆਰ ਸਤਿਕਾਰ ਦੇ ਸਹਿਤ ਮਹਾਰਾਜ ਦੀ ਪਵਿੱਤਰ ਕਥਾ ਨੂੰ ਸੁਣਿਆ ਹੈ। ਸੋ ਸੱਚੇ ਪਾਤਸ਼ਾਹ ਜੀ ਇਸੇ ਤਰ੍ਹਾਂ ਹੀ ਕਿਰਪਾ ਬਖਸ਼ਿਸ਼ ਕਰਨ ਮਹਾਰਾਜ। ਆਪਣੇ ਪੱਲੇ ਨਾਲ ਲਾ ਕੇ ਰੱਖਣ, ਯਤਨ ਵੀ ਕਰੀਏ, ਹਿੰਮਤ ਵੀ ਕਰੀਏ। ਜਿਵੇਂ ਬਾਹਰ ਜਾਣ ਵਾਸਤੇ ਹਿੰਮਤ ਕਰਦੇ ਹਾਂ ਸਾਧ ਸੰਗਤ ਜੀ, ਹੋਰ ਕਮਾਈ ਕਰਨ ਵਾਸਤੇ ਹਿੰਮਤ ਕਰਦੇ ਹਾਂ ਵੀ ਮਾਇਆ ਆਵੇਗੀ, ਇਸੇ ਪ੍ਰਕਾਰ ਭਗਤੀ ਵਾਸਤੇ ਵੀ ਉਦਮ ਕਰਿਆ ਕਰੀਏ, ਹਿੰਮਤ ਕਰੀਏ। ਫਿਰ ਸਾਧ ਸੰਗਤ ਜੀ ਸਤਿਗੁਰ ਦੀਆਂ ਖੁਸ਼ੀਆਂ ਪ੍ਰਾਪਤ ਹੋ ਜਾਣਗੀਆਂ। ਯਾਦ ਰੱਖੀ, ਇਸ ਲੋਕ ਨੂੰ ਛੱਡ ਕੇ ਤੂੰ ਪਰਲੋਕ ਜਾਣਾ, ਜਿਸ ਪਰਲੋਕ ਵਿੱਚ ਕੋਈ ਤੇਰਾ ਸੰਗੀ ਸਾਥੀ ਨਹੀਂ ਹੋਵੇਗਾ। ਭੁੱਲ ਚੁੱਕ ਦੀ ਖਿਮਾ। ਸੱਚੇ ਪਾਤਸ਼ਾਹ ਜੀ ਦੀ ਕਥਾ ਵਿਚਾਰ ਕਰਦੇ ਹਾਂ, ਅਨੇਕਾਂ ਪ੍ਰਕਾਰਾਂ ਦੀਆਂ ਭੁੱਲਾਂ ਹੋ ਜਾਂਦੀਆਂ ਨੇ, ਮਹਾਰਾਜ ਜੀ ਦਾਸ ਨੂੰ ਬਖਸ਼ ਲੈਣਗੇ। ਸੱਚੇ ਪਾਤਸ਼ਾਹ ਜੀ ਸੁਆਓ। ਆਖਰਲੀਆਂ ਪੰਕਤੀਆਂ ਪੜ੍ਹ ਕੇ ਸਮਾਪਤੀ ਕਰੀਏ। ਨਾਨਕ ਹਰਿ ਜੀ ਮਾਇਆ ਕਰ, ਸ਼ਬਦ ਸਵਾਰਨਹਾਰ, ਸਾਧਨ ਤਿੰਨਾ ਸੁਹਾਗਣੀ, ਜਨ ਰਾਮ ਨਾਮ ਔਰ ਹਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।